दर्शन परसै गुरु का, जन्म मरण दुख जाए। सतनाम श्री वाहेगुरु साहिब जीओ। मंगर माहे सुहंदिया हर पिर संग बैठड़िया, तिनके शोभा क्या गणे जे साहेब मिलड़िया। मंगर माहे सुहंदिया हर पिर संग बैठड़िया, तिनके शोभा क्या गणे जे साहिब मिलड़िया। तन मन मौलिया राम स्यों, संग साध सहलड़िया। साध जना ते बाहरे से रहन इकलड़िया। तेन दुख ना कबहु उतरै, से जम कै वस पड़िया। जिने रावया प्रभ अपना, से दिसान नित खड़िया। रतन जवे हर लाल हार, कंठ तिना जड़िया। नानक बांझा तोड़ तेन, प्रभ शरणे दर पड़िया। मंगर प्रभ आराधना, बहुड़ ना जन्मड़िया। नानक बांछा तोड़ तेन, प्रभ शरणे दर पड़िया। मंगर प्रभ आराधना, बहुड़ ना जन्मड़िया। वाहेगुरु जी का खालसा, वाहेगुरु जी के फतेह। सच्चे पातशाह जबर शतर तख्त दे मालिक, जागदी जोत 10 पातशाहियां दे आत्मक स्वरूप, तन साहिब श्री गुरु ग्रंथ साहिब जी महाराज, हजूर दी परम दया सदका आप जी सतसंगत दियां कड़ियां दा सुख मान रहे हो। सच्चे पातशाह जी दे महान तख्त अस्थान तख्त सचखंड श्री हजूर श्री अबचल नगर साहिब विखे आप जी नूं दर्शनां दा सुभाग महाराज बख्शिया है। सच्चे पातशाह जी दे पावन दरबार अंदर तुरकी बाणी दी लड़ीवार कथा दा समा है। प्यार शरदा नाल सतगुरु जी दा अमृत उपदेश मन एकाग्र करके सरवण करिए। हजूर दे पवित्र चरणां दा ध्यान करते हुए आखो जी सतनाम श्री वाहे
ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਮੰਗਰ ਮਾਹੇ ਸੁਹੰਦਿਆਂ। ਸੱਚੇ ਪਾਤਸ਼ਾਹ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਹਜੂਰ ਮੰਗਰ ਦਾ ਮਹੀਨਾ ਸਤਿਗੁਰਾਂ ਜੀ ਨੇ ਮੰਘਿਰ ਕੱਗੇ ਨੂੰ ਸਿਹਾਰੀ ਨਾਲ ਸਤਿਗੁਰਾਂ ਜੀ ਨੇ ਇਸ ਮਹੀਨੇ ਨੂੰ ਉਚਾਰਨ ਕੀਤਾ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਇਸ ਪਵਿੱਤਰ ਮਹੀਨੇ ਦਾ ਉਪਦੇਸ਼ ਜੋ ਪਿੱਛੇ ਸਾਧ ਸੰਗਤ ਜੀ ਕੱਤਕ ਦੇ ਮਹੀਨੇ ਦੀ ਸੰਪੂਰਨਤਾ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਹੁਣ ਇਸ ਮੰਘਿਰ ਦੇ ਮਹੀਨੇ ਵਿੱਚ ਮਹਾਰਾਜ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹੈ। ਜੋ ਕੱਤਕ ਦਾ ਮਹੀਨਾ ਇਹਨੂੰ ਭਾਵੇਂ ਸਾਧ ਸੰਗਤ ਜੀ ਸ਼ੁਭ ਕਾਰਜਾਂ ਵਾਸਤੇ ਕਈ ਮਨਮਤ ਕਰਦੇ ਮਾੜਾ ਮੰਨਦੇ ਹੁੰਦੇ ਹੈ ਕਿ ਚੰਗਾ ਨਹੀਂ ਹੁੰਦਾ, ਪਰ ਜਗਤ ਗੁਰੂ ਜੀ ਦਾ ਪ੍ਰਕਾਸ਼ ਗੁਰਪੁਰਬ ਕੱਤਕ ਦੇ ਮਹੀਨੇ 'ਚ ਹੀ ਆਉਂਦਾ ਹੈ। ਕਵਿਰਾਜ ਜੀ ਨੇ ਲਿਖਿਆ ਉਰਜ ਮਾਸ ਕੀ ਪੂਰਨਮਾਸੀ। ਉਰਜ ਮਾਸ ਕਹਿੰਦੇ ਆ ਕੱਤਕ ਦਾ ਮਾਸ, ਕੱਤਕ ਦਾ ਮਹੀਨਾ। ਤੇ ਪੂਰਨਮਾਸੀ ਜਦੋਂ ਐਨ ਚੰਦਰਮਾ ਪੂਰਾ ਸੀ ਆਕਾਸ਼ ਵਿੱਚ। ਉਰਜ ਮਾਸ ਕੀ ਪੂਰਨਮਾਸੀ ਹਰ ਕੀਰਤ ਜੋ ਜਾਉਨ ਪ੍ਰਕਾਸ਼ੀ। ਸੰਬਤ 9 ਖਟ ਸਹਸ ਛਬੀਸਾ ਭੋ ਅਵਤਾਰ ਪ੍ਰਗਟ ਜਗਦੀਸਾ। ਭਇਓ ਅਚਾਨਕ ਸਭਨ ਅਸ਼ਾਹਾ ਬਿਨ ਕਾਰਨ ਮਨ ਲਖ ਨਾ ਸਕਾਹਾ। ਐਡਾ ਵੱਡਾ ਉਤਸ਼ਾਹ ਹੋਇਆ ਇਸ ਧਰਤੀ ਤੇ। ਗੁਪਤ ਪ੍ਰਗਟ ਸਭ ਰੂਹਾਂ ਨੂੰ ਬੜਾ ਹੀ ਸੁੱਖ ਮਿਲਿਆ, ਪਰ ਬਿਨਾਂ ਕਾਰਨ ਤੋਂ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਇੰਨਾ ਸੁੱਖ ਕਿਉਂ ਪ੍ਰਾਪਤ ਹੋ ਰਿਹਾ ਹੈ। ਕਿਉਂਕਿ ਆਪ ਨਿਰੰਕਾਰ ਨੇ ਗੁਰੂ ਨਾਨਕ ਸਾਹਿਬ ਰੂਪ ਹੋ ਕਰਕੇ ਸਾਧ ਸੰਗਤ ਜੀ ਰਾਏ ਭੋਏ ਦੀ ਤਲਵੰਡੀ ਵਿੱਚ ਸਤਿਗੁਰਾਂ ਜੀ ਨੇ ਅਵਤਾਰ ਧਾਰਿਆ। ਇਹ ਕੱਤਕ ਦੇ ਮਹੀਨੇ ਨੂੰ ਮਹਾਰਾਜ ਜੀ ਭਾਗ ਲਾਇਆ ਸੱਚੇ ਪਾਤਸ਼ਾਹ ਨੇ। ਤੋ ਹਜੂਰ ਹੁਣ ਇਹ ਮੱਘਰ ਦਾ ਮਹੀਨਾ ਸੱਚੇ ਪਾਤਸ਼ਾਹ ਜੀ ਮਹਾਰਾਜ ਉਚਾਰਨ ਕਰ ਰਹੇ ਹੈ। ਤੋ ਚਿਤ ਬਿਰਤੀ ਇਕਾਗਰ ਕਰਕੇ ਸੁਣੀਏ ਸਤਿਗੁਰਾਂ ਜੀ ਦਾ ਪਾਵਨ ਉਪਦੇਸ਼। ਮਹਾਰਾਜ ਜੀ ਨੇ ਇਹਦੇ ਅੰਦਰ ਇਹ ਪ੍ਰਕਰਨ ਬਣਾਇਆ ਹੈ ਕਿ ਅਕਾਲ ਪੁਰਖ ਵਾਹਿਗੁਰੂ ਬਾਦਸ਼ਾਹ ਹੈ, ਰਾਜਾ ਹੈ, ਤੇ ਜਿਹੜੀ ਜੀਵ ਰੂਪੀ ਇਸਤਰੀ ਸਾਧ ਸੰਗਤ ਜੀ ਜਗਿਆਸਾ ਦੇ ਸਿਖਰ ਨੂੰ ਪਹੁੰਚ ਜਾਂਦੀ ਹੈ, ਉਹ ਫਿਰ ਅਕਾਲ ਪੁਰਖ ਵਾਹਿਗੁਰੂ ਰਾਜੇ ਦੀ ਪਟਰਾਣੀ ਬਣ ਜਾਂਦੀ। ਤੇ ਜਿਹਨੂੰ ਫਿਰ ਵਾਹਿਗੁਰੂ ਦੀ ਸਾਖਿਆਤਤਾ ਹੋਵੇ, ਪਰਮੇਸ਼ਰ ਦੀ ਸਾਧ ਸੰਗਤ ਜੀ ਸਪਰਸ਼ਤਾ ਦੀ ਦਾਤ ਪ੍ਰਾਪਤ ਵੈ। ਮਹਾਰਾਜ ਕਹਿੰਦੇ ਭਾਈਓ ਕੈਸੀਆਂ ਹਨ? ਹਜੂਰ ਫਰਮਾਉਂਦੇ ਹਨ ਮੰਗਰ ਮਾਹੇ ਸੁਹੰਦਿਆਂ। ਮੱਘਰ ਦੇ ਮਹੀਨੇ ਵਿੱਚ ਸਤਿਗੁਰੂ ਜੀ ਕਹਿੰਦੇ ਭਾਈ ਉਹ ਜਗਿਆਸੂ ਰੂਪੀ ਇਸਤਰੀਆਂ ਪਟਰਾਣੀਆਂ ਬਣੀਆਂ ਬੜੀਆਂ ਹੀ ਸੋਭਾ ਪਾਉਂਦੀਆਂ ਨੇ। ਹਰ ਪਿਰ ਸੰਗ ਬੈਠੜਿਆ। ਜੋ ਹਰੀ ਪਿਰ ਪਤੀ ਹੈ ਨਾ ਪਰਮਾਤਮਾ ਵਾਹਿਗੁਰੂ, ਵਾਹਿਗੁਰੂ ਆਪ ਜੋ ਰਾਜਿਆਂ ਦਾ ਰਾਜਾ ਹੈ, ਉਹਨਾਂ ਦੇ ਨਾਲ ਜਿਨ੍ਹਾਂ ਦੀ ਚਿੱਤ ਦੀ ਬਿਰਤੀ ਬੈਠੜੀ ਆ, ਬੈਠ ਗਈ ਹੈ। ਜਿਹੜਾ ਸਾਧ ਸੰਗਤ ਜੀ ਸਿੰਘਾਸਣ ਹੁੰਦਾ ਨਾ ਰਾਜੇ ਦੀ ਪਟਰਾਣੀ, ਉਹਨੂੰ ਨਾਲ ਬੈਠਣ ਦਾ ਮਾਣ ਰਾਜਾ ਬਖਸ਼ਿਸ਼ ਕਰਦਾ ਹੈ। ਜਿਹੜਾ ਕਈ ਇਉਂ ਖਿਆਲ ਕਰਦੇ ਹੈ ਕਿ ਫਿਰ ਜਦੋਂ ਗੁਰੂ ਸਾਹਿਬ ਜੀ ਗੁਰਿਆਈ ਤਖਤ ਤੇ ਬੈਠਦੇ ਸੀ ਤੇ ਮਾਤਾ ਸਾਹਿਬ ਨਾਲ ਬੈਠਿਆ ਕਰਦੇ ਸੀ ਸਾਧ ਸੰਗਤ ਜੀ। ਨਹੀਂ,
ਇਹ ਗੁਰੂ ਨਾਨਕ ਸਾਹਿਬ ਜੀ ਦਾ ਜੋ ਗੁਰਿਆਈ ਤਖਤ ਹੈ ਨਾ, ਇਹ ਸਾਧ ਸੰਗਤ ਜੀ ਵਿਸ਼ੇਸ਼ ਹੈ। ਜਿੱਥੇ ਮਹਾਰਾਜ ਰਾਜਿਆਂ ਦੇ ਰਾਜੇ ਹੈ, ਉੱਥੇ ਸਤਿਗੁਰੂ ਜੀ ਮਰਿਆਦਾ ਪੁਰਸ਼ੋਤਮ ਨੇ ਤੇ ਆਪ ਨਿਰੰਕਾਰ ਸਰੂਪ ਨੇ ਸੱਚੇ ਪਾਤਸ਼ਾਹ। ਇਸ ਕਰਕੇ ਹਜੂਰ ਦੀ ਬਰਾਬਰਤਾ ਜਿਹੜੀ ਸਾਧ ਸੰਗਤ ਜੀ ਉਹ ਕੋਈ ਨਹੀਂ ਕਰ ਸਕਦਾ। ਮਾਤਾ ਸਾਹਿਬ ਜੀ ਭਾਵੇਂ ਖਾਲਸੇ ਦੇ ਮਾਤਾ ਹੋਣ ਦਾ ਮਾਤਾ ਸਾਹਿਬ ਕੌਰ ਜੀ ਨੂੰ ਖਿਤਾਬ ਬਾਜਾਂ ਵਾਲੇ ਸਤਿਗੁਰਾਂ ਜੀ ਨੇ ਬਖਸ਼ਿਆ, ਪਰ ਮਾਤਾ ਜੀ ਸਦਾ ਆਪਣੇ ਆਪ ਨੂੰ ਸਤਿਗੁਰਾਂ ਜੀ ਦੇ ਸਿੱਖ ਸਮਝਦੇ ਰਹੇ। ਮਾਤਾ ਗੁਜਰ ਕੌਰ ਜੀ ਪੰਥਵਾਲੀ ਸਤਿਗੁਰਾਂ ਦੇ ਜਨਨੀ, ਜਿਨ੍ਹਾਂ ਦੀ ਕੁੱਖ ਤੋਂ ਪੰਥਵਾਲੀ ਸਤਿਗੁਰਾਂ ਜੀ ਨੇ ਅਵਤਾਰ ਧਾਰਿਆ। ਜਦੋਂ ਹਜੂਰ ਤਖਤ ਤੇ ਬੈਠਿਆ ਕਰਦੇ ਸੀ, ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਵੀ ਆਪ ਜੀ ਨੂੰ ਨਮਸਕਾਰ ਕਰਦੇ ਹੁੰਦੇ ਸੀ, ਕਿਉਂਕਿ ਉਸ ਸਮੇਂ ਪੁੱਤਰ ਜਾਣ ਕੇ ਮੱਥਾ ਨਹੀਂ ਸੀ ਟੇਕਦੇ, ਗੁਰੂ ਨਾਨਕ ਸਾਹਿਬ ਜਾਣ ਕੇ ਮੱਥਾ ਟੇਕਦੇ ਸਨ। ਸਤਿਗੁਰਾਂ ਜੀ ਨੂੰ ਜਦੋਂ ਕੋਈ ਮਹਾਰਾਜ ਪਿਆਰ ਨਾਲ ਪੁੱਛਦੇ ਕਿ ਮਾਤਾ ਜੀ ਇਸ ਮਸਲੇ ਵਿੱਚ ਤੁਹਾਡੀ ਕੀ ਰਾਏ ਹੈ, ਤੇ ਸੱਚੇ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਮਾਤਾ ਗੁਜਰ ਕੌਰ ਜੀ ਆਖਿਆ ਕਰਦੇ ਕਿ ਸਤਿਗੁਰੂ ਜੀ ਆਪ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਮਾਲਕ ਹੋ, ਸਾਡੀ ਇਹ ਰਾਏ ਹੈ, ਸਿੱਖ ਹੋਣ ਦੇ ਨਾਤੇ ਆਪਣੀ ਸਲਾਹ ਦਿੰਦੇ, ਪਰ ਨਾਲ ਆਖਦੇ ਕਿ ਮਹਾਰਾਜ ਤੁਹਾਡੇ ਹੁਕਮ ਵਿੱਚ ਸੀਸ ਝੁਕਾਉਣਾ ਸਾਡਾ ਮੁੱਖ ਫਰਜ਼ ਹੈ, ਜੋ ਆਪ ਆਗਿਆ ਕਰੋਗੇ ਅਸੀਂ ਸੱਤ ਕਰਕੇ ਮੰਨਾਂਗੇ। ਇਹ ਸਾਧ ਸੰਗਤ ਜੀ ਗੁਰੂ ਘਰ ਦੇ ਅੰਦਰ ਰਵਾਇਤ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਜਦੋਂ ਜੋ ਪ੍ਰਕਾਸ਼ ਗੁਰਪੁਰਬ ਆਉਂਦਾ ਹੈ, ਉਸੇ ਹੀ ਪੁਰਬ ਨੂੰ ਆਪਾਂ ਪ੍ਰਕਾਸ਼ ਗੁਰਪੁਰਬ ਕਹਿੰਦੇ ਆ। ਭਾਵੇਂ ਕਿ ਅੱਜ ਕੱਲ ਕਈ ਸਿੱਖ ਨਹੀਂ ਜਾਣਦੇ ਹੁੰਦੇ ਤਾਂ ਲਿਖ ਦਿੰਦੇ ਆ, ਭਾਵੇਂ ਵੇਖੋ ਇਹਦੇ 'ਚ ਬਰੀਕੀ ਹੈ ਸਮਝਣਾ। ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਨ ਆਵੇ ਤੇ ਆਪਾਂ ਬਾਬਾ ਬੁੱਢਾ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਨਹੀਂ ਕਹਿੰਦੇ, ਭਾਵੇਂ ਕਿ ਫਰਕ ਕੋਈ ਨਹੀਂ ਹੈ, ਪਰ ਸਾਧ ਸੰਗਤ ਜੀ ਇਹ ਗੁਰਸਿੱਖਾਂ ਨੇ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਸਰੂਪ ਜਿੰਨਾ ਜਾਣਿਆ, ਉਹਨਾਂ ਨੂੰ ਪਤਾ ਹੈ ਕਿ ਸਤਿਗੁਰੂ ਜੀ ਅਨਾਦੀ ਹੈ, ਅਬਨਾਸੀ ਹੈ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਜੀਆਂ ਨੂੰ ਜੰਮਣ ਮਰਨ ਚੋਂ ਬਾਹਰ ਕੱਢਣ ਵਾਲੇ ਹੈ। ਇਹ ਤਾਂ ਹਜੂਰ ਨੇ ਪਰਉਪਕਾਰ ਵਾਸਤੇ ਆਪਣਾ ਸਰੂਪ ਬਣਾਇਆ ਹੈ। ਇਸ ਕਰਕੇ ਮਹਾਰਾਜ ਜੰਮਣ ਮਰਨ 'ਚ ਨਹੀਂ, ਸਤਿਗੁਰੂ ਤੇ ਉਹਨਾਂ ਸਿੱਖਾਂ ਨੂੰ ਵੀ ਜੰਮਣ ਮਰਨ ਤੋਂ ਬਾਹਰ ਕਰ ਦਿੰਦੇ ਹੈ ਜਿਹੜੇ ਮਹਾਰਾਜ ਦੇ ਚਰਨਾਂ ਨਾਲ ਜੁੜਦੇ ਹੈ। ਇਸ ਕਰਕੇ ਸਤਿਗੁਰਾਂ ਜੀ ਦੇ ਹੀ ਜਿਹੜੇ ਅਵਤਾਰ ਗੁਰਪੁਰਬ ਹੈ, ਉਹਨਾਂ ਨੂੰ ਪ੍ਰਕਾਸ਼ ਗੁਰਪੁਰਬ ਕਿਹਾ ਜਾਣਾ ਚਾਹੀਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਿਲੱਖਣਤਾ ਹੈ। ਤੋ ਇਸ ਕਰਕੇ ਆਪਾਂ ਜਿਹੜੀ ਇਹ ਸਤਿਗੁਰਾਂ ਜੀ ਦੀ ਕਿਸੇ ਨਾਲ ਬਰਾਬਰਤਾ ਨਹੀਂ ਕਰ ਸਕਦੇ, ਭਾਵੇਂ ਕਿ ਮਹਾਰਾਜ ਸੱਚੇ ਪਾਤਸ਼ਾਹ ਪਿਆਰ ਵਿੱਚ ਸਿੱਖ ਨੂੰ ਆਪਣੇ ਸਰੂਪ ਵਿੱਚ ਹੀ ਅਭੇਦ ਕਰ ਦਿੰਦੇ ਆ। ਇਹ ਤਾਂ ਗੁਰੂ ਸਾਹਿਬ ਜੀ ਦਾ ਪਿਆਰ ਹੈ ਨਾ ਸੱਚੇ ਪਾਤਸ਼ਾਹ ਦਾ। ਗਰੀਬ ਨਵਾਜ਼ ਸਤਿਗੁਰੂ ਜੀ ਇੱਥੇ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਤੇ ਜਦੋਂ ਜਗਿਆਸੂ ਪ੍ਰੇਮ ਨਾਲ ਯਾਦ ਕਰਦਾ ਹੈ, ਉਹਦੇ ਵਿੱਚ ਅਭੇਦ ਹੋ ਜਾਣਾ ਹੀ ਇਹ ਸਿੰਘਾਸਣ ਤੇ ਬੈਠਣਾ ਹੈ। ਜਿਹੜਾ ਹੈ ਨਾ ਅੰਦਰ ਅਭੇਦ ਨਿਸ਼ਚਾ ਪ੍ਰਾਪਤ ਹੋਣਾ, ਇਹੀ ਸਿੰਘਾਸਣ ਤੇ ਬੈਠਣਾ ਹੈ। ਅੰਤਸ਼ਕਰਣ ਦੇ ਅੰਦਰ ਵਾਹਿਗੁਰੂ ਦੀ ਸਾਖਿਆਤਤਾ ਹੋਣੀ, ਇਹੀ ਸਿੰਘਾਸਣ ਤੇ ਬੈਠਣਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ, ਮੰਗਿਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜਿਆ। ਉਹ ਭਾਈ ਬੜੇ ਹੀ ਸੋਹੰਦੇ ਆ ਗੁਰਮੁਖ ਮਹਾਤਮਾ ਮਹਾਂਪੁਰਖ। ਇਸ ਮੱਘਰ ਦੇ ਮਹੀਨੇ ਵਿੱਚ ਇੰਨੇ ਸੋਹਣੇ ਫੱਬਦੇ ਉਹਨਾਂ ਦੇ ਚਿਹਰੇ, ਉਹਨਾਂ ਦੀ ਕਮਾਈ ਨੂੰ ਭਾਗ ਲੱਗਦਾ ਏ। ਸੱਚੇ ਪਾਤਸ਼ਾਹ ਜੀ ਕਹਿੰਦੇ ਅੰਤਸ਼ਕਰਣ ਰੂਪੀ ਸੇਜਾ ਤੇ ਵਾਹਿਗੁਰੂ ਨੂੰ ਸਾਖਿਆਤ ਕਰਕੇ ਉਹਨਾਂ ਦੇ ਚਿੱਤ ਦੀ ਬਿਰਤੀ ਪਰਮੇਸ਼ਰ ਨਾਲ ਮਹਾਰਾਜ ਕਹਿੰਦੇ ਭਾਈ ਬੈਠ ਗਈ ਹੈ। ਉਹਨਾਂ ਨੇ ਸਾਖਿਆਤ ਕਰ ਲਿਆ ਵਾਹਿਗੁਰੂ ਨੂੰ, ਪ੍ਰਤੱਖ ਕਰ ਲਿਆ ਪਰਮੇਸ਼ਰ ਨੂੰ, ਜਿਹਦੀ ਬਾਬਤ ਸਾਧ ਸੰਗਤ ਜੀ ਅੱਖਾਂ ਵੇਖ ਨਹੀਂ ਸਕਦੀਆਂ ਹੈ, ਪਰ ਅੱਖਾਂ ਦੇ ਵੇਖਣ ਗੋਚਰੇ ਨਹੀਂ ਆਉਂਦਾ। ਤੋ ਜਿਹੜਾ ਹੈ ਜਿਹਦਾ ਨਾਦ ਪੂਰਿਆ ਜਾ ਰਿਹਾ ਹੈ, ਪਰ ਫਿਰ ਵੀ ਉਸ ਕੰਨਾਂ ਦੇ ਸੁਣਨ ਗੋਚਰੇ ਨਹੀਂ ਆਉਂਦਾ। ਜਿਹਦਾ ਸਾਧ ਸੰਗਤ ਜੀ ਰਸ ਐਸਾ ਅਕਾਇਆ ਹੈ ਕਿ ਸਭ ਰਸ ਹੀ ਫਿੱਕੇ ਭਾਸਣ ਲੱਗ ਪੈਂਦੇ ਆ, ਪਰ ਉਹ ਤਸਵੀਰ ਨਹੀਂ ਬਣ ਰਹੀ। ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਤੇ ਆਪਣੀ ਕਿਰਪਾ ਕਰਦੇ ਐ, ਗੁਰੂ ਸਾਹਿਬ ਦੀ ਅਨੁਕੰਪਾ ਨਾਲ ਸਾਧ ਸੰਗਤ ਜੀ ਇਹ ਦਾਤ ਪ੍ਰਾਪਤ ਹੁੰਦੀ ਹੈ।
ਸਤਿਗੁਰੂ ਜੀ ਕਹਿੰਦੇ ਫਿਰ ਉਹ ਮੱਘਰ ਦੇ ਮਹੀਨੇ ਵਿੱਚ ਬੜੀਆਂ ਹੀ ਸੋਹਣੀਆਂ ਜਗਿਆਸੂ ਇਸਤਰੀਆਂ ਜਿਹੜੇ ਸਾਧ ਸੰਗਤ ਜੀ ਇਸ ਸਿਖਰ ਨੂੰ ਪਹੁੰਚ ਜਾਂਦੇ ਆ, ਮਹਾਰਾਜ ਕਹਿੰਦੇ ਬੜੇ ਹੀ ਫੱਬਦੇ ਹਨ, ਬੜੇ ਹੀ ਸੋਹਣੇ ਲੱਗਦੇ ਹਨ। ਇਸੇ ਪ੍ਰਕਾਰ ਹੀ ਮੰਗਰ ਮਾਹੇ ਸੁਹਾਂਦਿਆਂ, ਮੰਮੇ ਨੂੰ ਟਿੱਪੀ ਹੈ ਮੰ ਘਿਰ, ਮੰ ਮੇਰਾ ਘਿਰ ਘਰ। ਇਹ ਕਿਹੜਾ ਹੈ ਸਾਧ ਸੰਗਤ ਜੀ? ਸਰੀਰ ਰੂਪੀ ਘਰ ਹੈ, ਸਾਨੂੰ ਰਹਿਣ ਨੂੰ ਪ੍ਰਾਪਤ ਹੋਇਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਫਿਰ ਅੰਤਸ਼ਕਰਨ ਰੂਪੀ ਘਰ ਹੈ। ਇਹ ਮਹਾਰਾਜ ਕਹਿੰਦੇ ਭਾਈ ਸਰੀਰ ਰੂਪੀ ਘਰ, ਅੰਤਸ਼ਕਰਨ ਰੂਪੀ ਘਰ ਬੜਾ ਹੀ ਉਹਨਾਂ ਦਾ ਸੋਹਣਾ ਸਤਿਗੁਰੂ ਜੀ ਕਹਿੰਦੇ ਭਾਈ ਲੱਗਦਾ ਏ, ਫੱਬਦਾ ਏ। ਹਰ ਪਿਰ ਸੰਗ ਬੈਠੜਿਆ, ਹਰੀ ਜੋ ਪਿਰ ਪਤੀ ਹੈ ਨਾ, ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਦੇ ਨਾਲ ਜਿਹੜੀਆਂ ਬੈਠ ਗਈਆਂ ਨੇ ਬਿਰਤੀਆਂ, ਸਤਿਗੁਰੂ ਜੀ ਕਹਿੰਦੇ ਭਾਈ ਉਹਨਾਂ ਨੂੰ ਬਹੁਤ ਸੁੱਖ ਅਨੁਭਵ ਹੁੰਦਾ ਹੈ, ਬੜੀਆਂ ਹੀ ਸੋਹਣੀਆਂ ਲੱਗਦੀਆਂ। ਸਾਧ ਸੰਗਤ ਜੀ ਪਰਮੇਸ਼ਰ ਦੇ ਨਾਲ ਚਿੱਤ ਦੀ ਬਿਰਤੀ ਬਹਿ ਜਾਵੇ, ਇਸ ਕਰਕੇ ਕੋਈ ਤਾਂ ਵੇਖੋ ਕਿਹੋ ਜੇ ਸਾਧਨ ਕਰਦਾ ਹੈ, ਕੋਈ ਦਿਗੰਬਰ ਹੋ ਜਾਂਦਾ ਹੈ, ਨਾਂਗਾ ਹੀ ਹੋ ਜਾਂਦਾ ਹੈ ਕਿ ਮੈਂ ਪਰਮੇਸ਼ਰ ਨੂੰ ਮਿਲਣਾ ਹੈ। ਕੋਈ ਕਾਪੜੀਆ ਭੇਖ ਹੈ, ਉਹ ਉਂਗਲਾਂ ਤੱਕ ਵੀ ਢੱਕ ਲੈਂਦੇ ਐ। ਜੇ ਪੁੱਛੋ ਇਹ ਤੁਸੀਂ ਭੇਖ ਕਿਉਂ ਬਣਾਇਆ? ਕਹਿੰਦੇ ਪਰਮੇਸ਼ਰ ਨੂੰ ਮਿਲਣ ਵਾਸਤੇ। ਫਿਰ ਸਾਧ ਸੰਗਤ ਜੀ ਬਹੁਤ ਸਾਰੇ ਵੇਖੋ ਜਿੰਨੇ ਵੀ ਇਹ ਭੇਖ ਹੈ ਸਾਰੇ ਯਤਨ ਕਰਦੇ ਐ, ਜੋਗੀ ਯਤਨ ਕਰਦੇ ਐ, ਸਿੱਧ ਯਤਨ ਕਰਦੇ ਐ। ਤੋ ਇੱਕ ਭੇਖ ਉਹ ਜਟਾਂ ਹੀ ਬਣਾ ਕਰਕੇ ਜਿਹੜਾ ਹੈ ਉਹ ਕਹਿੰਦੇ ਅਸੀਂ ਪਰਮੇਸ਼ਰ ਨੂੰ ਮਿਲਣਾ ਹੈ। ਇੱਕ ਐਸਾ ਭੇਖ ਹੈ ਉਹ ਸਾਰਾ ਹੀ ਮੂੰਹ ਸਿਰ ਮਨਾ ਕੇ ਸੰਨਿਆਸ ਕਹਿੰਦੇ ਅਸੀਂ ਧਾਰਨ ਕਰ ਲਿਆ, ਸੰਸਾਰ ਤੋਂ ਪਰਮੇਸ਼ਰ ਨੂੰ ਮਿਲਣਾ ਹੈ। ਤੇ ਇਸ ਤਰ੍ਹਾਂ ਜਟਾ ਜੂਠ ਭੇਖ ਕੀਏ ਫਿਰ ਤੋਂ ਉਦਾਸ ਕੋ, ਉਦਾਸ ਬਿਰਤੀ ਧਾਰਨ ਕਰਕੇ ਫਿਰਦੇ ਐ ਕਿ ਪਰਮੇਸ਼ਰ ਨਾਲ ਸਾਡੇ ਚਿੱਤ ਦੀ ਬਿਰਤੀ ਬੈਠ ਜਾਵੇ। ਪਰ ਸਾਧ ਸੰਗਤ ਜੀ ਪਰਮੇਸ਼ਰ ਨਾਲ ਚਿੱਤ ਦੀ ਬਿਰਤੀ ਨਹੀਂ ਲੱਗਦੀ। ਅਭਿਆਸੀ ਪੁਰਖ ਵੀ ਜਦੋਂ ਸ਼ਬਦ ਦਾ ਅਭਿਆਸ ਕਰਦੇ ਐ ਫਿਰ ਸਾਧ ਸੰਗਤ ਜੀ ਮਨ ਦੀਆਂ ਨਾ 5 ਬਿਰਤੀਆਂ ਉੱਠ ਖੜੀਆਂ ਹੁੰਦੀਆਂ ਸਾਹਮਣੇ। ਜਦੋਂ ਸ਼ਬਦ ਦੀ ਕਮਾਈ ਕਰੇ ਨਾ, ਵੇਖੋ ਕਥਾ ਦਾ ਸੁਣਨਾ ਹੁੰਦਾ ਹੈ ਕਿ ਸ਼ਬਦ ਦੀ ਕਮਾਈ ਦਾ ਚਾਅ ਪੈਦਾ ਹੋਣਾ। ਜੇ ਸੁਣੀ ਜਾਈਏ ਤੇ ਕਰੀਏ ਕੱਖ ਵੀ ਨਾ, ਫਿਰ ਸਾਧ ਸੰਗਤ ਜੀ ਹੌਲੀ ਹੌਲੀ ਕੀ ਹੁੰਦਾ ਹੈ ਕਿ ਕਥਾ ਤੋਂ ਮਨ ਹਟਣ ਲੱਗ ਜਾਂਦਾ ਹੈ, ਤਾਂ ਹੀ ਖੁੱਬਦਾ ਨਹੀਂ ਮਨ ਉਪਦੇਸ਼ ਦੇ ਅੰਦਰ। ਇੱਕ ਸਾਖੀ ਆਈ, ਉਹਦਾ ਚੇਤਾ ਰਹਿ ਗਿਆ, ਬਾਕੀ ਕੀ ਦੱਸਿਆ ਸੀ ਪਤਾ ਹੀ ਨਹੀਂ। ਜੇ ਕੋਈ ਘਰ ਜਾਵੇ ਤੇ ਪੁੱਛੇ ਕੋਈ ਘਰ ਦਾ ਜੀ ਕਿ ਭਾਈ ਮੈਂ ਤਾਂ ਚੱਲ ਨਹੀਂ ਸੀ ਜਾ ਸਕਿਆ ਸੰਗਤ ਵਿੱਚ, ਕਿਉਂਕਿ ਕਈ ਸਰੀਰ ਕਰਕੇ ਸਮਰੱਥ ਨਹੀਂ ਹੁੰਦੇ, ਭਾਈ ਤੂੰ ਸੰਗਤ ਕੀਤੀ ਹੈ, ਅੱਜ ਕੀ ਕਥਾ ਆਈ ਹੈ? ਬਸ ਸਾਖੀ ਥੋੜੀ ਬਹੁਤੀ ਚੇਤੇ ਰਹਿ ਗਈ, ਬਾਕੀ ਸਭ ਕੁਝ ਭੁੱਲ ਗਿਆ। ਸਾਧ ਸੰਗਤ ਜੀ ਕਈ ਗੁਰਮੁਖ ਐਸੇ ਹੁੰਦੇ ਐ, ਜਦੋਂ ਸੰਗਤ ਕਰਕੇ ਘਰ ਜਾਂਦੇ ਆ ਨਾ, ਸਾਰੇ ਜੀਆਂ ਨੂੰ ਇਕੱਠਿਆਂ ਬਿਠਾ ਲੈਂਦੇ, ਕਹਿੰਦੇ ਆਓ ਅੱਜ ਜਿਹੜੀ ਕਥਾ ਆਈ ਮੈਂ ਉਹ ਤੁਹਾਨੂੰ ਸੁਣਾਵਾਂ ਸਾਰੀ। ਕਿੱਡੀ ਵੱਡੀ ਅਵਸਥਾ ਹੈ ਕਿ ਸਾਰੀ ਕਥਾ ਸੁਣੀ ਹੋਈ ਆਪਣੇ ਜੀਆਂ ਨੂੰ ਘਰ ਵਿੱਚ ਸਾਰਿਆਂ ਨੂੰ ਬਿਠਾ ਕੇ ਸੁਣਾ ਦਿੰਦੇ। ਫਿਰ ਇਹਦਾ ਅਰਥ ਹੈ ਕਿ ਉਹਨਾਂ ਨੇ ਸੁਣੀ ਹੈ। ਸਾਧ ਸੰਗਤ ਜੀ ਸੁਣਨ ਨਾਲ ਸ਼ਬਦ ਦੀ ਕਮਾਈ ਦਾ ਚਾਅ ਪੈਦਾ ਹੁੰਦਾ ਹੈ। ਜਦੋਂ ਸ਼ਬਦ ਦੀ ਕਮਾਈ ਕਰੀਏ ਤੇ ਫਿਰ ਕਥਾ ਦੇ ਵਿੱਚ ਸੁਣਨ ਨਾਲ ਪਤਾ ਲੱਗਦਾ ਹੈ ਕਿ ਮਨ ਕਿੱਧਰ ਕਿੱਧਰ ਭਟਕਦਾ ਜਦੋਂ ਸਿਮਰਨ ਕਰੀਦਾ ਹੈ। ਕਿਉਂਕਿ ਜਦੋਂ ਪਾਰੇ ਨੂੰ ਕੱਚੇ ਨੂੰ ਤੁਸੀਂ ਉਂਗਲ ਦੇ ਥੱਲੇ ਦਬਾਉਣ ਦਾ ਯਤਨ ਕਰੋ ਨਾ, ਤੇ ਸਾਧ ਸੰਗਤ ਜੀ ਉਹ ਪਾਰਾ ਦਬਦਾ ਨਹੀਂ ਹੈ। ਵੇਖਣ ਨੂੰ ਆਪਾਂ ਨੂੰ ਪ੍ਰਤੀਤ ਹੁੰਦਾ ਹੈ ਬੜੇ ਬੜੇ ਸਾਧੂ, ਜਿਹੜੇ ਸਾਧ ਸੰਗਤ ਜੀ ਕਈ ਸੱਚੀ ਸਾਧਨਾ ਕਰਦੇ ਆ ਨਾ, ਪੁੱਛ ਕੇ ਵੇਖਿਓ ਕਿਤੇ ਕਿ ਮਨ ਦੀ ਅਵਸਥਾ ਕੀ ਹੈ। ਜਦੋਂ ਉਹਨਾਂ ਨੂੰ ਸੱਚੇ ਦਿਲੋਂ ਪੁੱਛੋ ਤੇ ਉਹ ਵਡਿਆਈ ਦੀ ਭੁੱਖ ਨਾ ਹੋਵੇ, ਸੱਚਾ ਸਾਧੂ ਦੱਸ ਦੇਗਾ ਕਿ ਮਨ ਦਾ ਵਸੀਕਾਰ ਕਰਨਾ ਬੜਾ ਔਖਾ ਏ, ਮਨ ਦਾ ਪਕੜਨਾ ਬੜਾ ਔਖਾ ਏ। ਜਿਵੇਂ ਪਾਰਾ ਉਂਗਲ ਥੱਲੇ ਨਹੀਂ ਦਬਾਇਆ ਜਾਂਦਾ, ਇਵੇਂ ਸਾਧ ਸੰਗਤ ਜੀ ਮਨ ਨੂੰ ਜਿਹੜਾ ਨਾ ਉਹ ਇਕਾਗਰ ਨਹੀਂ ਕੀਤਾ ਜਾਂਦਾ। ਮਨ ਇਕਾਗਰ ਹੋ ਗਿਆ
ਤੇ ਸਮਝ ਲਓ ਕਿ ਸ਼ਬਦ ਵਿੱਚ ਜਾ ਟਿਕਿਆ। ਇਹ ਇਕਾਗਰਤਾ ਹੀ ਨਹੀਂ ਪਾਉਂਦਾ। ਹੁਣ ਬਾਹਰੋਂ ਭੇਖ ਤੇ ਜਿਹੜਾ ਸਾਧ ਸੰਗਤ ਜੀ ਸੁਲਤਾਨਪੁਰ ਸਾਹਿਬ ਦੇ ਅੰਦਰ ਗੁਰਦੁਆਰਾ ਅੰਤਰਜਾਮਤਾ ਸਾਹਿਬ ਮਸੀਤ ਦੇ ਅੰਦਰ ਉਹ ਕਾਜੀ ਹੁਣ ਕਹਿੰਦਾ, ਦਾਅਵਾ ਹੀ ਕਰਦਾ ਕਿ ਮੇਰੀ ਚਿੱਤ ਦੀ ਬਿਰਤੀ ਅੱਲਾ ਨਾਲ ਬੈਠੀ ਹੋਈ ਹੈ। ਤੇ ਨਵਾਬ ਦੌਲਤ ਖਾਂ ਵੀ ਕਹਿੰਦਾ ਮੈਂ ਵੀ ਜਿਹੜਾ ਹੈ ਨਮਾਜ਼ ਪੜ੍ਹੀ ਹੈ। ਹਜੂਰ ਨੇ ਫਿਰ ਕਿਹਾ, ਜਦੋਂ ਉਹਨਾਂ ਕਿਹਾ ਮਹਾਰਾਜ ਤੁਸੀਂ ਨਮਾਜ਼ ਨਹੀਂ ਸਾਡੇ ਨਾਲ ਪੜ੍ਹੀ, ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ, ਦੌਲਤ ਖਾਂ ਜੇ ਨਮਾਜ਼ ਪੜ੍ਹ ਦੋ ਤਾਂ ਜ਼ਰੂਰ ਪੜ੍ਹਦੇ ਨਾ। ਮਹਾਰਾਜ ਮੈਂ ਪੜ੍ਹੀ ਹੈ, ਹੁਣ ਸਰੀਰ ਕਰਕੇ ਕਰਮ ਕਰ ਰਿਹਾ ਹੈ। ਸਤਿਗੁਰੂ ਜੀ ਨੂੰ ਕਹਿੰਦਾ ਪੜ੍ਹੀ ਹੈ। ਮਹਾਰਾਜ ਕਹਿੰਦੇ ਨਹੀਂ, ਤੂੰ ਕਾਬਲ ਵਿੱਚ ਘੋੜੇ ਖਰੀਦਦਾ ਫਿਰਦਾ ਸੀ। ਦੌਲਤ ਖਾਨ ਨੂੰ ਜਦੋਂ ਦਿਲ ਦੀ ਗੱਲ ਸਤਿਗੁਰਾਂ ਦੱਸੀ ਤੇ ਇਹਦੇ ਭਾਗ ਜਾਗੇ। ਸਤਿਗੁਰਾਂ ਨੇ ਦ੍ਰਿਸ਼ਟੀ ਨਾਲ ਤੱਕਿਆ ਨਾਲੇ। ਤੇ ਸਾਧ ਸੰਗਤ ਜੀ ਉਸ ਸਮੇਂ ਦਾ ਉਹ ਨਵਾਬ ਸੀਗਾ। ਜਾਣੋ ਕਿ ਜਿਵੇਂ ਇੱਕ ਸਟੇਟ ਦਾ ਮੁੱਖ ਮੰਤਰੀ ਨਹੀਂ ਹੁੰਦਾ, ਇਵੇਂ ਸੀ ਦੌਲਤ ਖਾਂ। ਸਤਿਗੁਰੂ ਜੀ ਉਹਦਾ ਮੋਦੀ ਖਾਨੇ ਵਿੱਚ ਮਹਾਰਾਜ ਨੌਕਰੀ ਕਰਦੇ ਸੀ, ਚੌਜੀ ਪਾਤਸ਼ਾਹ। ਜਦੋਂ ਮਹਾਰਾਜ ਦਿਲ ਦੀ ਗੱਲ ਦੱਸੀ ਨਾ ਤੇ ਦੌਲਤ ਖਾਂ ਗੋਡਿਆਂ ਭਾਰ ਡਿੱਗ ਕੇ ਮਹਾਰਾਜ ਨੂੰ ਸਜਦਾ ਕੀਤੀ ਸੱਚੇ ਪਾਤਸ਼ਾਹ ਦੇ ਅੱਗੇ ਕਿ ਸੱਚ ਮੇਰੇ ਦਿਲ ਦੀ ਗੱਲ ਦੱਸਦੀ ਹੈ। ਤੇ ਕਾਜੀ ਲਾਗੋਂ ਫਿਰ ਕਹਿਣ ਲੱਗਾ ਕਿ ਮੇਰੇ ਨਾਲ ਪੜ੍ਹ ਲੈਂਦੇ, ਜੇ ਨਵਾਬ ਨੇ ਨਹੀਂ ਪੜ੍ਹੀ ਤਾਂ ਮੈਂ ਤਾਂ ਪੜ੍ਹੀ ਹੈ। ਮਹਾਰਾਜ ਕਹਿੰਦੇ ਕਾਜੀ ਤੂੰ ਧਰਮ ਦਾ ਲਿਬਾਸ ਪਾਇਆ, ਅਸੀਂ ਤੇਰਾ ਪਰਦਾ ਨਹੀਂ ਸੀ ਉਘੇੜਨਾ ਚਾਹੁੰਦੇ, ਪਰ ਜੇ ਤੂੰ ਆਪ ਹੀ ਆਪਣਾ ਪਰਦਾ ਲਾਉਣਾ ਚਾਹੁੰਦਾ ਤੇ ਫਿਰ ਤੇਰੀ ਮਰਜ਼ੀ ਹੈ। ਉਹਨੂੰ ਧਰਮੀ ਜਾਣ ਕੇ ਮਹਾਰਾਜ ਨੇ ਕਿਹਾ ਕਿ ਲੋਕਾਂ ਵਿੱਚ, ਕਿਉਂਕਿ ਉਹਨੂੰ ਸਾਰੇ ਕਾਜੀ ਮੰਨਦੇ ਆ, ਉਹਦਾ ਸਤਿਕਾਰ ਕਰਦੇ ਆ, ਧਰਮੀ ਜਾਣ ਕੇ ਉਹਨੂੰ ਮਾਣ ਦਿੰਦੇ। ਹੁਣ ਬਾਹਰੋਂ ਧਰਮੀ ਹੋ ਜਾਣਾ ਤੇ ਸਾਧ ਸੰਗਤ ਜੀ ਮਨ ਨੂੰ ਇਕਾਗਰ ਕਰ ਲੈਣਾ ਇੱਕ ਅਲੱਗਾ ਬਾਤ ਹੈ। ਇਹ ਸਾਰੇ ਯਤਨ ਹਨ ਕਿ ਚਿੱਤ ਦੀ ਬਿਰਤੀ ਪਰਮੇਸ਼ਰ ਨਾਲ ਬੈਠ ਜਾਵੇ। ਕਾਜੀ ਲੋਕ ਉੱਚੀ ਚੜ੍ਹ ਕੇ ਬਾਂਗ ਦਿੰਦੇ ਆ, ਪਰਮੇਸ਼ਰ ਨੂੰ ਮਿਲਣ ਵਾਸਤੇ ਯਤਨ ਕਰਦੇ ਆ ਨਾ ਸਾਰੇ। ਮਹਾਰਾਜ ਨੂੰ ਕਹਿੰਦਾ ਜਿੱਦ ਨਾਲ ਫਿਰ ਨਹੀਂ ਕਿ ਮੈਂ ਪੜ੍ਹੀ ਹੈ। ਸਤਿਗੁਰੂ ਜੀ ਕਹਿੰਦੇ ਨਾ ਕਾਜੀ ਤੂੰ ਨਮਾਜ਼ ਨਹੀਂ ਪੜ੍ਹੀ, ਤੇਰੇ ਘਰ ਦੇ ਵਿੱਚ ਨਾ ਘੋੜੀ ਸੂਈ ਹੈ ਤੇ ਤੂੰ ਇਹੋ ਹੀ ਸੋਚਦਾ ਰਿਹਾ ਕਿ ਬਸ਼ੇਰਾ ਉਹਨੂੰ ਜਿਹੜਾ ਦਿੱਤਾ ਹੈ ਨਾ ਉਹ ਕਿਤੇ ਟੋਏ 'ਚ ਨਾ ਡਿੱਗ ਪਵੇ। ਕਾਜੀ ਜਿਹੜਾ ਸੀ ਨਾ ਉਹਨੂੰ ਹੁਣ ਜਿਹੜਾ ਸਾਧ ਸੰਗਤ ਜੀ ਧਰਮ ਦਾ ਜਿਹਨੇ ਲਿਬਾਸ ਪਾਇਆ ਹੋਵੇ ਆਪਣੇ ਮਨ ਦੀ ਊਣਤਾਈ ਨੂੰ ਛੇਤੀ ਨਹੀਂ ਮੰਨਦਾ ਹੁੰਦਾ। ਉਹ ਕਾਜੀ ਕਹਿੰਦਾ ਨਹੀਂ ਮੈਂ ਪੜ੍ਹੀ ਹੈ, ਮੇਰਾ ਮਨ ਨਮਾਜ਼ ਵਿੱਚ ਜੁੜਿਆ ਹੋਇਆ ਸੀ। ਦੌਲਤ ਖਾਨ ਨੇ ਫਿਰ ਕਿਹਾ ਕਾਜੀ ਸਾਹਿਬ ਘਰ ਵਿੱਚ ਘੋੜੀ ਸੂਈ ਹੈ? ਕਹਿੰਦਾ ਹਾਂ। ਲਾਗੇ ਟੋਆ ਹੈਗਾ? ਕਹਿੰਦਾ ਹਾਂ। ਤੇ ਕਹਿੰਦਾ ਮਨ ਦਾ ਜਾਣਾ ਕੀ ਔਖਾ ਫਿਰ? ਮਨ ਜਾ ਫਿਰ ਕਿਉਂ ਢੀਠ ਹੋਇਆ ਐਵੇਂ ਅੱਗੋਂ ਜਿਹੜਾ ਹੈ ਉਹ ਤੂੰ ਮੰਨ ਨਹੀਂ ਰਿਹਾ, ਮਨ ਦਾ ਜਾਣਾ ਕਿਹੜਾ ਔਖਾ ਉੱਥੇ ਫਿਰ? ਤੇ ਕਾਜੀ ਜਦੋਂ ਫਿਰ ਦੌਲਤ ਖਾਨ ਨੇ ਲਾਗੋਂ ਕਿਹਾ ਸੱਚੀ ਗੱਲ ਮਹਾਰਾਜ ਕਹਿ ਰਹੇ ਸੀ, ਤੇ ਕਾਜੀ ਵੀ ਫਿਰ ਮੰਨ ਗਿਆ ਮਹਾਰਾਜ ਕੋਲ ਕਿ ਠੀਕ ਮਹਾਰਾਜ ਨਮਾਜ਼ ਨਹੀਂ ਮੈਂ ਪੜ੍ਹੀ। ਮੇਰਾ ਮਨ ਵੀ ਉੱਥੇ ਹੀ ਲੱਗਾ ਰਿਹਾ ਕਿ ਕਿਤੇ ਬਸ਼ੇਰਾ ਜਿਹੜਾ ਹੈ ਉਹ ਟੋਏ 'ਚ ਨਾ ਡਿੱਗ ਪਵੇ। ਸਾਧ ਸੰਗਤ ਜੀ ਵੇਖਣ ਨੂੰ ਹੁਣ ਬਾਹਰੋਂ ਧਰਮ ਦੀ ਕਿਰਿਆ ਹੈ, ਵੇਖਣ ਨੂੰ ਬਾਹਰੋਂ ਗੁਟਕਾ ਸਾਹਿਬ ਫੜ ਕੇ ਆਪਾਂ ਨਿਤਨੇਮ ਕਰ ਰਹੇ ਹਾਂ, ਮਨ ਕਿੱਧਰ ਕਿੱਧਰ ਨਚਾ ਰਿਹਾ ਹੈ, ਕਿੰਨਾ ਕਿੰਨਾ ਦੇਸ਼ਾਂ ਵਿੱਚ ਲਿਜਾ ਰਿਹਾ ਹੈ। ਜਪਜੀ ਸਾਹਿਬ ਦਾ ਪਤਾ ਹੀ ਨਹੀਂ ਲੱਗਾ ਕਿ ਕਦੋਂ ਪੂਰਾ ਹੋ ਗਿਆ। ਚਿੱਤ ਦੀ ਬਿਰਤੀ ਨਹੀਂ ਬੈਠਦੀ ਮਹਾਰਾਜ ਨਾਲ। ਜਦੋਂ ਅਭਿਆਸੀ ਪੁਰਖ ਕੀ ਕਰਦੇ ਆ, ਸਤਿਗੁਰੂ ਜੀ ਜਦੋਂ ਉਪਦੇਸ਼ ਦੱਸਦੇ ਆ ਨਾ ਸਾਧ ਸੰਗਤ ਜੀ, ਚਿੱਤ ਦੀ ਬਿਰਤੀ ਨੂੰ ਪਕੜਨਾ ਜਿਹੜਾ ਨਾ ਬੜਾ ਕਠਨ ਹੈ, ਬੜਾ ਔਖਾ ਹੈ। ਇਹਨੂੰ ਚਿੱਤ ਦੀ ਬਿਰਤੀ ਨੂੰ ਪਕੜਦਾ ਕੌਣ ਹੈ? ਗੁਰੂ ਜੀ ਦਾ ਸ਼ਬਦ ਪਕੜਦਾ ਹੈ। ਜਦੋਂ ਅਸੀਂ ਸ਼ਬਦ ਦਾ ਅਭਿਆਸ ਕਰਨਾ ਸ਼ੁਰੂ ਕਰ ਦਈਏ ਨਾ ਤੇ ਮਨ ਦੀਆਂ 5 ਬਿਰਤੀਆਂ ਸਾਹਮਣੇ ਉਗੜ ਕੇ ਆਉਂਦੀਆਂ ਹਨ। ਉਹ ਸਾਧ ਸੰਗਤ ਜੀ 5 ਬਿਰਤੀਆਂ ਹਨ। ਪ੍ਰਮਾਣ ਹੈ, ਵਿਪਰਜੇ ਹੈ, ਨਿੰਦਰਾ ਹੈ, ਸਿਮਰਤੀ ਹੈ ਤੇ 5ਵੀਂ ਵਿਕਲਪ ਹੈ। ਇਹ 5 ਬਿਰਤੀਆਂ ਨੇ। ਇਹਨਾਂ ਦੀ 5 ਦੀ ਬਾਬਤ ਹੁਣ ਸਤਸੰਗਤ ਵਿੱਚ ਸੁਣਿਆ ਹੋਵੇ ਤੇ ਸਿਮਰਨ ਕਰਦਿਆਂ ਜ਼ਰੂਰ ਪਤਾ ਲੱਗ ਜਾਏਗਾ ਕਿ ਮੇਰਾ ਮਨ ਹੁਣ ਕਿੱਧਰ ਫਿਰ ਰਿਹਾ ਹੈ। ਜਿਹੜੀ ਪ੍ਰਮਾਣ ਬਿਰਤੀ ਹੈ ਨਾ ਇਹਦੀ ਬਾਬਤ ਹੁਣ ਸੁਣਨਾ ਕਿ ਪ੍ਰਮਾਣ ਮਨ ਦੀ ਬਿਰਤੀ ਕੀ ਹੁੰਦੀ ਹੈ।
ਦਿਸਣ ਵਾਲੀਆਂ ਚੀਜ਼ਾਂ ਵਿੱਚ ਨਿਸ਼ਚਾ ਕਰਦੇ ਰਹਿਣਾ, ਇਹ ਪ੍ਰਮਾਣ ਬਿਰਤੀ ਹੈ। ਜਿਹੜੀ ਚੀਜ਼ ਸਾਨੂੰ ਦਿਸਦੀ ਹੈ ਅਸੀਂ ਉਹਨੂੰ ਸੱਚੀ ਮੰਨਦੇ ਹਾਂ, ਪਰ ਬ੍ਰਿਕਸ਼ ਦੀ ਛਾਂ ਹੀ ਦਿਸ ਰਹੀ ਹੈ, ਸੱਚੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ ਕਿ ਜਿਹੜੀ ਇਹ ਬ੍ਰਿਕਸ਼ ਦੀ ਛਾਂ ਹੈ, ਮਹਾਰਾਜ ਕਹਿੰਦੇ ਉਲਟ ਜਾਂਦੀ ਹੈ ਜਦੋਂ ਸੂਰਜ ਸਾਧ ਸੰਗਤ ਜੀ ਆਪਣੇ ਚਾਲ ਨਾਲ ਚੱਲਦਾ ਹੋਇਆ ਪਲਟ ਜਾਂਦਾ ਹੈ, ਸੰਧਿਆ ਹੋ ਜਾਂਦੀ ਹੈ, ਉਹ ਕਿੱਥੇ ਚਲੀ ਜਾਂਦੀ ਹੈ। ਜਿਹੜਾ ਬ੍ਰਿਕਸ਼ ਦੀ ਛਾਂ ਨੂੰ ਸੱਚਾ ਮੰਨ ਲੈਂਦਾ ਹੈ ਸਾਧ ਸੰਗਤ ਜੀ, ਉਹਨੂੰ ਪਛਤਾਵਾ ਕਰਨਾ ਪੈਂਦਾ ਹੈ। ਉਲਟਤ ਜਾਤ ਬਿਰਖ ਕੀ ਛਾਰੋ, ਮਹਾਰਾਜ ਜੀ ਨੇ ਸ਼ਬਦ ਕਹੇ ਹੈ। ਬਿਰਖ ਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ। ਜਦੋਂ ਬਿਨਸ ਜਾਂਦੀ ਹੈ ਉਹਨੂੰ ਸੱਤ ਮੰਨ ਲੈਂਦਾ ਕਿਉਂਕਿ ਦਿਸ ਰਹੀ ਹੈ। ਫਿਰ ਸਾਧ ਸੰਗਤ ਜੀ ਬੱਦਲ ਦੀ ਸ਼ਾਮ ਹੈ, ਬੱਦਲ ਦੀ ਸ਼ਾਮ ਹੀ ਦਿਸ ਰਹੀ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇਹ ਜਗਤ ਬੱਦਲ ਦੀ ਛਾਂ ਵਰਗਾ, ਦਿਸਣ ਨੂੰ ਪ੍ਰਤੀਤ ਹੋ ਰਹੀ ਹੈ ਛਾਂ, ਪਰ ਜਦੋਂ ਹਵਾ ਆਉਂਦੀ ਹੈ ਬੱਦਲ ਨੂੰ ਕਿਧਰੇ ਉਡਾ ਕੇ ਲੈ ਜਾਂਦੀ ਹੈ ਤੇ ਫਿਰ ਉਹ ਛਾਂ ਕਿੱਧਰ ਜਾਂਦੀ ਹੈ। ਜੀਵ ਦਿਸਣ ਵਾਲੀ ਚੀਜ਼ ਨੂੰ ਸੱਤ ਮੰਨਦਾ ਹੈ। ਤੇ ਇਸੇ ਕਰਕੇ ਜਦੋਂ ਕਈ ਸਾਧ ਸੰਗਤ ਜੀ ਬਤੰਡਾਵਾਦ ਵਿੱਚ ਚਰਚਾ ਕਰਦੇ ਆ ਨਾ, ਤੇ ਉਹ ਕਹਿੰਦੇ ਮੈਂ ਵੇਖਿਆ, ਮੈਨੂੰ ਪਤਾ ਹੈ। ਇਸ ਗੱਲ ਤਾਂ ਸਾਧ ਸੰਗਤ ਜੀ ਵੇਖਣ ਦੇ ਉੱਤੇ ਵੀ ਜੀਵ ਦਾ ਜਿਹੜਾ ਪਰਚੇ ਰਹਿਣਾ ਨਾ, ਇਹ ਸਿਮਰਨ ਵਿੱਚੋਂ ਸਾਧ ਸੰਗਤ ਜੀ ਪਰਮੇਸ਼ਰ ਦੇ ਨਾਲ ਚਿੱਤ ਦੀ ਬਿਰਤੀ ਨਹੀਂ ਜੁੜਦੀ ਹੈ। ਜੋ ਸੰਸਾਰ ਵਿੱਚ ਦਿਸ ਰਿਹਾ ਸਾਨੂੰ, ਮਹਾਰਾਜ ਕਹਿੰਦੇ ਇਹ ਬੱਦਲ ਦੀ ਛਾਂ ਵਰਗਾ ਹੈ, ਇਹ ਰੁੱਖ ਦੀ ਛਾਂ ਵਰਗਾ ਹੈ। ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਮਿੱਥਿਆ ਚੀਜ਼ ਨੂੰ ਸੱਤ ਕਰਕੇ ਮੰਨ ਰਿਹਾ ਹੈ ਮਨ। ਤੇ ਇਹ ਸਿਮਰਨ ਕਰਦਿਆਂ ਸੰਸਾਰ ਵਿੱਚ ਫਸੇ ਰਹਿਣ ਵਾਲਾ ਸਾਧ ਸੰਗਤ ਜੀ ਭਾਵ ਹੈ ਪ੍ਰਮਾਣ ਬਿਰਤੀ ਹੈ ਕਿ ਦਿਸਣ ਵਾਲੀਆਂ ਚੀਜ਼ਾਂ ਦਾ ਹਰ ਵੇਲੇ ਨਿਰਣਾ ਕਰਦੇ ਰਹਿਣਾ ਕਿ ਇਹ ਸੱਤਵ ਹੈ, ਇਹ ਹੈ ਤਾਂ ਦਿਸਦੀ ਹੈ। ਫਿਰ ਸਾਧ ਸੰਗਤ ਜੀ ਦੂਸਰੀ ਹੈ ਵਿਪਰਜੇ ਬਿਰਤੀ। ਵਿਪਰਜੇ ਬਿਰਤੀ ਉਹਨੂੰ ਕਹਿੰਦੇ ਹੈ ਕਿ ਜੋ ਧਾਰਮਿਕ ਗ੍ਰੰਥ ਉਪਦੇਸ਼ ਦਿੰਦੇ ਆ, ਵੇਦ ਸ਼ਾਸਤਰ ਉਪਦੇਸ਼ ਦਿੰਦੇ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਪਦੇਸ਼ ਦਿੰਦੀ ਹੈ, ਉਹਦੇ ਤੋਂ ਉਲਟ ਚੱਲਣਾ। ਮਨ ਜਿਹੜਾ ਨਾ ਉਹ ਉਲਟ ਗੱਲ ਜਿਹੜਾ ਹੈ ਉਪਦੇਸ਼ ਸੁਣਦਾ ਹੈ ਬਾਹਰੋਂ, ਇਸ ਕਰਕੇ ਕਈ ਜ਼ਾਹਰ ਨਹੀਂ ਕਰਦੇ ਕਿ ਸੰਸਾਰ ਦੇ ਲੋਕ ਨਾਸਤਿਕ ਕਹਿਣਗੇ, ਬੁਰਾ ਕਹਿਣਗੇ, ਪਰ ਅੰਦਰੋਂ ਜਿਹੜਾ ਮਨ ਹੈ ਨਾ ਉਹ ਵਿਪਰਜੇ ਬਿਰਤੀ ਧਾਰਨ ਕਰ ਗਿਆ ਹੁੰਦਾ ਹੈ। ਉਲਟ ਸੋਚਣਾ, ਉਲਟ ਕਰਨਾ ਕਿਵੇਂ ਹੋ ਸਕਦਾ, ਨਹੀਂ ਹੋ ਸਕਦਾ, ਇਵੇਂ ਨਹੀਂ ਹੋ ਸਕਦਾ। ਤੇ ਕਈ ਪੰਥ ਦੇ ਅੰਦਰ ਕਹਿੰਦੇ ਅਸੀਂ ਪੰਥ ਦੇ ਪ੍ਰਚਾਰਕ ਵਾਂ, ਨਾਲੇ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ ਮੈਥੋਲੋਜੀ ਲਿਖੀ ਹੋਈ ਹੈ। ਮੈਥੋਲੋਜੀ ਦਾ ਅਰਥ ਹੁੰਦਾ ਸ਼ਬਦ ਜਰਾ ਕੋਹੋ ਜਿਹਾ ਵਰਤ ਲੈਂਦੇ ਆ ਕਿ ਜਿਹੜਾ ਸੁਣਨ ਵਾਲਾ ਉਹਨੂੰ ਛੇਤੀ ਪਤਾ ਨਾ ਲੱਗੇ। ਮਿੱਥਿਆ, ਮਿੱਥ ਦਾ ਅਰਥ ਹੁੰਦਾ ਜਿਹੜੀ ਮਿੱਥੀ ਹੋਈ, ਝੂਠ ਹੋਵੇ, ਸੱਚ ਨਾ ਹੋਵੇ, ਉਹਨੂੰ ਮਿੱਥ ਕਹਿੰਦੇ ਆ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੇ ਕੋਈ ਮਿੱਥ ਚੀਜ਼ ਹੈ, ਦੱਸੀ ਹੈ, ਉਪਦੇਸ਼ ਦੱਸਿਆ, ਤਾਂ ਉਹਨੂੰ ਮਿੱਥਿਆ ਕਹਿ ਕੇ ਹੀ ਦੱਸਿਆ ਹੈ। ਮਹਾਰਾਜ ਨੇ ਇਹੀ ਕਿਹਾ ਕਿ ਇਹ ਮਿੱਥਿਆ ਹੈ, ਝੂਠ ਹੈ। ਪਰ ਜਿੱਥੇ ਸੱਚ ਦਾ ਉਪਦੇਸ਼ ਦਿੱਤਾ ਉਹਨੂੰ ਕਹੀ ਜਾਵੇ ਕਿ ਇਹ ਮੈਥੋਲੋਜੀ ਹੈ। ਕੋਈ ਦੇਵੀ ਦੇਵਤੇ ਦਾ ਜ਼ਿਕਰ ਆ ਗਿਆ ਜੀ, ਇਹ ਵੀ ਮੈਥੋਲੋਜੀ ਹੈ। ਸਾਧ ਸੰਗਤ ਜੀ ਉਹ ਵਿਪਰਜੈ ਬਿਰਤੀ ਕਰਕੇ ਹੈ, ਕਿਉਂਕਿ ਕਹਿੰਦੇ ਆ ਜੋ ਅਸੀਂ ਸੋਚਦੇ ਹਾਂ ਗੁਰੂ ਸਾਹਿਬ ਸਾਡੇ ਮੁਤਾਬਕ ਹੀ ਹਨ। ਜੇ ਗੁਰੂ ਸਾਹਿਬ ਤੁਹਾਡੀ ਬਿਰਤੀ ਮੁਤਾਬਕ ਆ ਫਿਰ ਤਾਂ ਇਨਸਾਨ ਹੋ ਗਏ ਨਾ। ਨਿਰੰਕਾਰ ਕਿਸੇ ਦੀ ਬਿਰਤੀ ਵਿੱਚ ਨਹੀਂ ਆ ਸਕਦਾ। ਨਿਰੰਕਾਰ ਨੂੰ ਇਸ ਮਨ ਦੀ ਵਿਪਰਜੈ ਬਿਰਤੀ ਕਰਕੇ ਵੀ ਸਾਧ ਸੰਗਤ ਜੀ ਕਿੱਥੇ ਪਕੜਿਆ ਜਾ ਸਕਦਾ ਹੈ। ਉਲਟ ਹੈ ਜੀਵ, ਉਲਟ ਜਿਹੜਾ ਹੈ ਉਹ ਮਨ ਅੰਦਰ ਸੋਚਦਾ ਹੈ। ਇਸ਼ਟ ਦੇਵ ਦੇ ਉੱਤੇ ਨਿਸ਼ਚਾ ਨਹੀਂ ਇਹ ਉਲਟ ਬਿਰਤੀ ਆਉਣ ਦਿੰਦੀ। ਵਿਪਰਜੈ ਬਿਰਤੀ ਜਿਹੜੀ ਹੈ ਇਸ਼ਟ ਦੇਵ ਨਾਲ ਪਿਆਰ ਨਹੀਂ ਪੈਦਾ ਹੋਣ ਦਿੰਦੀ, ਸੱਚੇ ਪਾਤਸ਼ਾਹ ਜੀ ਦੇ ਉੱਤੇ ਪ੍ਰੀਤ ਨਹੀਂ ਉਪਜਣ ਦਿੰਦੀ। ਇਹੋ ਜੀ ਇਹ ਵਿਪਰਜੈ ਬਿਰਤੀ ਹੈ। ਫਿਰ ਸਾਧ ਸੰਗਤ ਜੀ ਤੀਸਰੀ ਹੈ ਨਿੰਦਰਾ। ਨਿੰਦਰਾ ਵੀ ਮਨ ਦੀ ਬਿਰਤੀ ਮੰਨੀ ਗਈ ਹੈ। ਇਹ ਨਿੰਦਰਾ ਵਿੱਚ ਲੈ ਜਾਂਦਾ ਹੈ ਜਦੋਂ ਜਿਸ ਚੀਜ਼ ਵਿੱਚ ਨਾ ਇਹਦਾ ਜਿਹੜਾ ਭਾਵ ਹੋਵੇ, ਇਹਨੂੰ ਸੁੱਖ ਨਾ ਮਿਲੇ। ਤੇ ਇਸੇ ਕਰਕੇ ਬਾਣੀ ਪੜ੍ਹਨ ਵਿੱਚ ਮਨ ਲੱਗਦਾ ਨਹੀਂ ਤੇ ਨੀਂਦ ਆਉਂਦੀ ਹੈ।
ਤੇ ਜਦੋਂ ਕਿਤੇ ਕਾਮ ਕ੍ਰੋਧ ਦੀ ਖੁਰਾਕ ਮਿਲਣੀ ਹੋਵੇ ਤੇ ਉੱਥੇ ਇਹਨੂੰ ਜਾਗ ਆ ਜਾਂਦੀ ਹੈ। ਉੱਥੇ ਫਿਰ ਨੀਂਦ ਦਾ ਤਿਆਗ ਕਰ ਦਿੰਦਾ ਹੈ। ਉੱਥੇ ਮਨ ਨੂੰ ਨੀਂਦ ਕਿਉਂ ਨਹੀਂ ਆਉਂਦੀ? ਕਿਉਂਕਿ ਮਨ ਦੀ ਖੁਰਾਕ ਮਿਲ ਰਹੀ ਉਸ ਨੂੰ। ਇਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹ ਨਿੰਦਰਾ ਵਿੱਚ ਲੈ ਜਾਂਦਾ ਹੈ। ਫਿਰ ਸਾਧ ਸੰਗਤ ਜੀ ਸਿਮਰਤੀ ਹੈ, ਚੌਥੀ ਬਿਰਤੀ ਜਿਹੜੀ ਹੈ ਨਾ ਸਿਮਰਤੀ ਹੈ। ਸਿਮਰਤੀ ਹੁੰਦੀ ਹੈ ਪਿਛਲੀਆਂ ਗੱਲਾਂ ਚੇਤੇ ਆਉਣੀਆਂ। ਜਦੋਂ ਸਿਮਰਨ ਵਿੱਚ ਅਭਿਆਸੀ ਬੈਠਦੇ ਆ ਨਾ, ਇਹ ਬਿਰਤੀ ਬਹੁਤ ਚਿਰ ਤੰਗ ਕਰਦੀ ਆ ਅਭਿਆਸੀਆਂ ਨੂੰ। ਪਿਛਲੀਆਂ ਗੱਲਾਂ ਦੇ ਚੜੀ ਹੀ ਰਹਿੰਦੀ ਹੈ, ਕੋਈ ਨਾ ਕੋਈ ਮਾਲ ਇਹੋ ਜਿਹਾ ਜਿਹੜਾ ਹੈ ਉਹ ਚੜਿਆ ਰਹਿੰਦਾ, ਪਟਾ ਕੇ ਐਂ ਕਰਾਂਗੇ, ਆਹ ਹੋਇਆ ਸੀ, ਇਸ ਤਰ੍ਹਾਂ ਹੋਇਆ ਸੀ। ਪਿਛਲੀਆਂ ਗੱਲਾਂ ਨੂੰ ਸੁਖ ਰੂਪ ਕਰਕੇ ਚੇਤੇ ਕਰਦਾ ਰਹਿੰਦਾ ਹੈ। ਇੰਨੀਆਂ ਪਿਛਲੀਆਂ ਗੱਲਾਂ ਚੇਤੇ ਆਉਂਦੀਆਂ, ਇਹ ਮਨ ਦੀ ਬਿਰਤੀ ਹੈ ਚੌਥੀ, ਇਹਨੂੰ ਸਿਮਰਤੀ ਕਹਿੰਦੇ ਆ। ਇਹਦਾ ਇੰਨਾ ਪ੍ਰਭਾਵ ਬਹਿੰਦਾ ਹੈ ਕਿ ਸਿਮਰਨ ਦੇ ਵਿੱਚ ਜੁੜਨ ਹੀ ਨਹੀਂ ਦਿੰਦਾ, ਇੰਨਾ ਜ਼ਿਆਦਾ ਪ੍ਰਵਾਹ ਚੱਲਦਾ ਹੈ ਦਰਿਆ ਦੇ ਵਹਿਣ ਵਾਂਗੂ। ਤੇ ਸ਼ਬਦ ਦਾ ਸਕੂਨ ਕਿੱਥੋਂ ਮਿਲੇ? ਫਿਰ ਸਾਧ ਸੰਗਤ ਜੀ ਜਿਹੜੀ ਪੰਜਵੀਂ ਬਿਰਤੀ ਹੈ ਨਾ ਵਿਕਲਪ ਹੈ। ਇਹਦੇ ਨਾਲ ਕੀ ਹੈ ਕਿ ਜੀਵ ਮਿਹਨਤ ਬਹੁਤ ਥੋੜੀ ਹੈ ਤੇ ਫਲ ਦੀ ਬਹੁਤ ਵੱਡੀ ਇੱਛਾ ਕਰਦਾ। ਇਹ ਵਿਕਲਪ ਬਿਰਤੀ ਹੈ। ਸਿਮਰਨ ਤਾਂ ਬਹੁਤ ਥੋੜਾ, ਨਿਤਨੇਮ ਬਹੁਤ ਥੋੜਾ, ਪਰ ਏਡਾ ਜ਼ਿਆਦਾ ਫਲ ਫੁਰਨਿਆਂ ਵਿੱਚ ਸੋਚੀ ਜਾਂਦਾ, ਆਹ ਮਿਲੇਗਾ, ਇਉਂ ਹੋਊਗਾ ਤੇ ਸ਼ਾਇਦ ਮੈਨੂੰ ਗਿਆਨ ਹੋ ਜਾਏਗਾ, ਲੋਕ ਹੁਣ ਮੱਥੇ ਟੇਕਣ ਲੱਗ ਪੈਣਗੇ, ਬੜੀ ਜੈ ਜੈਕਾਰ ਹੋਵੇਗੀ, ਵੇਖਣ ਨੂੰ ਮੈਂ ਨੇਤਰ ਬੰਦ ਕਰਕੇ ਬਹੁਤ ਜ਼ਿਆਦਾ ਭਜਨ ਕਰਾਂਗਾ। ਇਹ ਸਾਧ ਸੰਗਤ ਜੀ ਫੁਰਨੇ ਆਈ ਜਾਂਦੇ ਹੈ। ਤੇ ਇਹ ਜਿਹੜੀ ਵਿਕਲਪ ਬਿਰਤੀ ਹੈ ਨਾ, ਇਹ ਫਲ ਬਹੁਤ ਜ਼ਿਆਦਾ ਮੰਗਦੀ ਹੈ। ਥੋੜਾ ਸਿਮਰਨ, ਥੋੜੀ ਕਮਾਈ ਤੇ ਫਲ ਦੀ ਇੱਛਾ ਬਹੁਤੀ ਜ਼ਿਆਦੀ ਜਾਗਦੀ ਰਹਿਣੀ। ਇਹ ਮਨ ਦੀਆਂ ਪੰਜ ਬਿਰਤੀਆਂ ਮੰਨੀਆਂ, ਜਿਸ ਕਰਕੇ ਸਿਮਰਨ ਵਿੱਚ ਨਹੀਂ ਸਾਧ ਸੰਗਤ ਜੀ ਮਨ ਨੂੰ ਲੱਗਣ ਦਿੰਦੀਆਂ। ਤੇ ਕਈ ਅੱਖਾਂ ਮੀਟ ਮੀਟ ਕੇ ਵੀ ਬਹੁਤ ਜ਼ਿਆਦਾ ਜ਼ੋਰ ਲਾਉਂਦੇ ਐ, ਪਰ ਸਾਧ ਸੰਗਤ ਜੀ ਅੱਖਾਂ ਦੇ ਮੀਟਣ ਨਾਲ ਵੀ ਨਹੀਂ ਮਿਲ ਰਿਹਾ। ਕਈ ਬਹੁਤ ਜ਼ਿਆਦਾ ਇਸ ਪ੍ਰਕਾਰ ਸਾਧਨਾ ਵੀ ਕਰਨ ਦਾ ਯਤਨ ਕਰਦੇ ਐ, ਯਤਨ ਬਹੁਤ ਆਰੰਭਦੇ ਐ ਕਿ ਮੈਂ ਇਉਂ ਕਰੂੰਗਾ, ਫਿਰ ਢੱਠ ਜਾਂਦਾ ਹੈ ਮਨ, ਪਰਮੇਸ਼ਰ ਨਹੀਂ ਪ੍ਰਾਪਤ ਹੁੰਦਾ। ਸਤਿਗੁਰਾਂ ਜੀ ਨੇ ਅੱਖਾਂ ਦੇ ਮੀਚਣ ਨੂੰ ਕਿਹਾ, ਨਾ ਨੈਣੰ ਮਿਚਾਉਂ ਨਾ ਡਿੰਬੰਗ ਦਿਖਾਉਂ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਅਸੀਂ ਕੋਈ ਦਿਖਾਵੇ ਵਾਲਾ ਕਰਮ ਨਹੀਂ ਆਪਣੇ ਸਿੱਖਾਂ ਨੂੰ ਦੱਸਾਂਗੇ। ਤੇ ਮਹਾਰਾਜ ਜੀ ਨੇ ਕਿਹਾ ਕੀ ਹੈ? ਸਤਿਗੁਰੂ ਕਹਿੰਦੇ ਨੇ ਜਪੋ ਸੋ ਏਕ ਨਾਮਯੰ ਸੋ ਕਾਮ ਸਰਬ ਠਾਮਯੰ। ਇੱਕੋ ਹੀ ਨਾਮ। ਜਦੋਂ ਇਹ ਪੰਜਾਂ ਬਿਰਤੀਆਂ ਵਿੱਚ ਉਲਝਦਾ ਨਾ ਮਨ, ਅਭਿਆਸੀ ਨੂੰ ਪਤਾ ਹੁੰਦਾ ਹੈ। ਇਸ ਕਰਕੇ ਉਹ ਮਨ ਦੀਆਂ ਇਹਨਾਂ ਗਤਾ ਗਤੀਆਂ ਤੋਂ ਘਬਰਾਉਂਦੇ ਨਹੀਂ, ਰਸਨਾ ਨਾਲ ਜਪੀ ਜਾਂਦੇ ਆ। ਕਿਉਂਕਿ ਪਹਿਲੀ ਅਵਸਥਾ ਹੀ ਸਾਧ ਸੰਗਤ ਜੀ ਰਸਨਾ ਦੇ ਜਪਣ ਦੀ ਹੈ। ਜਦੋਂ ਰਸਨਾ ਨਾਲ ਜਪਦੇ ਆ ਨਾ, ਰਸਨਾ ਨਾਲ ਜਪਦਿਆਂ ਸ਼ਬਦ ਦੀ ਸ਼ਕਤੀ ਦਾ ਅਹਿਸਾਸ ਹੋਣ ਲੱਗ ਪੈਂਦਾ ਹੈ। ਸ਼ਬਦ ਆਪਣਾ ਜਦੋਂ ਸਪਰਸ਼ ਦੇਣ ਲੱਗਦਾ ਨਾ, ਕਦੇ ਪਲਕ ਮਾਤਰ, ਅਕਸ ਮਾਤਰ ਜਦੋਂ ਸਭ ਰੁਕ ਜਾਂਦਾ ਹੈ, ਇੰਨਾ ਸੁੱਖ ਮਿਲਦਾ ਹੈ, ਅਭਿਆਸੀ ਹੈਰਾਨ ਹੋ ਜਾਂਦਾ ਹੈ ਕਿ ਇੰਨੇ ਚਿਰ ਚ ਅਕਸ ਮਾਤਰ ਅੱਖ ਦੇ ਫੁਰਨੇ ਚ ਰੁਕਣ ਵਾਸਤੇ ਇੰਨਾ ਸੁੱਖ ਹੈ। ਜੇ ਤੇਰਾ ਮਨ ਟਿਕ ਰਿਹਾ ਤਾਂ ਕਿੰਨਾ ਸੁੱਖ ਹੋਊਗਾ। ਫਿਰ ਉਹ ਸੁੱਖ ਮਹਾਰਾਜ ਦਿਖਾ ਕੇ ਨਾ, ਗੁਰੂ ਸਾਹਿਬ ਦਾ ਸ਼ਬਦ ਦਿਖਾ ਕੇ, ਫਿਰ ਸਾਧ ਸੰਗਤ ਜੀ ਅਭਿਆਸੀ ਦੇ ਵਾਸਤੇ ਮਹਾਰਾਜ ਸ਼ਬਦ ਦੀ ਕਮਾਈ ਦੀ ਪ੍ਰੇਰਨਾ ਕਰਦੇ ਆ। ਜਦੋਂ ਕਮਾਈ ਕਰਦਿਆਂ ਹੋਇਆਂ ਸਾਰੇ ਗੁਣਾਂ ਦਾ ਮਾਣ ਵੀ ਝੜ ਜਾਂਦਾ ਨਾ, ਮਹਾਰਾਜ ਦੇ ਮਿਲਣ ਦਾ ਉਦੋਂ ਵਕਤ ਆ ਜਾਂਦਾ। ਫਿਰ ਇੰਤਜ਼ਾਰੀ ਮਨ ਵਿੱਚ ਰੱਖਣੀ, ਸਿਮਰਨ ਕਰਦਿਆਂ ਆਪਣਾ ਆਪਾ ਜਿਹੜਾ ਹੈ ਉਹ ਗਵਾਚਣ ਲੱਗ ਪਵੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਪਿਆਰ ਵਿੱਚ ਚਿੱਤ ਭਿੱਜਣ ਲੱਗ ਪਵੇ। ਫਿਰ ਸਾਧ ਸੰਗਤ ਜੀ ਹੌਲੀ ਹੌਲੀ ਮਹਾਰਾਜ ਜੀ ਦੀ ਸਾਖਿਆਤਤਾ ਦਾ ਉਹ ਸਮਾਂ ਆਉਂਦਾ ਹੈ ਕਿ ਜਦੋਂ ਇਹ ਮਨ ਦੀਆਂ ਪੰਜਾਂ ਹੀ ਬਿਰਤੀਆਂ ਲੈ ਹੋ ਜਾਂਦੀਆਂ ਤੇ ਵਾਹਿਗੁਰੂ ਦੇ ਵਿੱਚ ਚਿੱਤ ਦੀ ਬਿਰਤੀ ਜਾ ਕੇ ਬੈਠ ਜਾਂਦੀ ਹੈ, ਉੱਥੇ ਅਸਥਿਤ ਹੋ ਜਾਂਦੀ ਹੈ। ਮਹਾਰਾਜ ਨੇ ਇਸ ਮੱਘਰ ਦੇ ਮਹੀਨੇ ਵਿੱਚ ਸਤਿਗੁਰਾਂ ਨੇ ਉਹਨਾਂ ਦੀ ਬਾਬਤ ਗਰੀਬ ਨਵਾਜ ਨੇ ਦੱਸਿਆ ਕਿ ਭਾਈ ਉਹਨਾਂ ਦਾ ਰੁਤਬਾ
ਜਿਹੜਾ ਹੈ ਨਾ ਉਹ ਪਟਰਾਣੀ ਵਾਲਾ ਹੁੰਦਾ ਹੈ। ਵਾਹਿਗੁਰੂ ਦੇ ਖਾਸ ਹੁੰਦੇ ਆ ਉਹ। ਪਰਮੇਸ਼ਰ ਉਹਨਾਂ ਦੀ ਰਸਨਾ ਤੇ ਵਸਦਾ ਹੈ। ਵਾਹਿਗੁਰੂ ਉਹਨਾਂ ਦੇ ਨੇਤਰਾਂ 'ਚ ਵਸਦਾ ਹੈ। ਵਾਹਿਗੁਰੂ ਜੀ ਉਹਨਾਂ ਦੇ ਹਿਰਦੇ 'ਚ ਵਸਦੇ ਹੈ। ਪਰਮੇਸ਼ਰ ਦਾ ਇਹੋ ਜਿਹਾ ਨਾਮ ਦਾ ਸਾਧ ਸੰਗਤ ਜੀ ਰਸ ਉਹਨਾਂ ਦੀ ਸਾਰੀ ਇਸ ਕਾਇਆ ਵਿੱਚੋਂ, ਸਰੀਰ ਵਿੱਚੋਂ ਪ੍ਰਗਟ ਹੋਣ ਲੱਗ ਪੈਂਦਾ ਹੈ, ਜਿਸ ਦੀ ਬਾਬਤ ਕਦੇ ਪਹਿਲਾਂ ਸੁਣਿਆ ਹੁੰਦਾ ਹੈ। ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ ਸ਼ਬਦ ਦੀ ਕਮਾਈ ਨਾਲ। ਪਰ ਜਿਹੜਾ ਸਾਧ ਸੰਗਤ ਜੀ ਸੰਗਤ ਤੋਂ ਛੁੱਟ ਜਾਂਦਾ ਹੈ ਨਾ, ਗੁਰੂ ਜੀ ਦਾ ਉਪਦੇਸ਼ ਨਹੀਂ ਪ੍ਰਾਪਤ ਹੁੰਦਾ, ਤੇ ਕਈ ਫਿਰ ਖੁੰਝ ਜਾਂਦੇ ਆ ਬਹੁਤ ਜ਼ਿਆਦਾ। ਉਹ ਇੰਨਾ ਖੁੰਝ ਜਾਂਦੇ ਆ, ਮਨ ਕਾਲਾ ਪੈਣ ਲੱਗ ਪੈਂਦਾ। ਕਈ ਸਾਧ ਸੰਗਤ ਜੀ ਹੱਠ ਵਾਲੇ ਰਾਹ ਤੇ ਤੁਰ ਪੈਂਦੇ ਆ, ਸਰੀਰ ਉਹਨਾਂ ਯੋਗ ਨਹੀਂ ਹੁੰਦਾ, ਤੇ ਭੁੱਖਿਆਂ ਰਹਿ ਕੇ ਜਿਹੜਾ ਹੈ ਉਹ ਯਤਨ ਕਰਨ ਲੱਗ ਪੈਂਦੇ ਆ। ਫਿਰ ਨੀਂਦਰ ਘੱਟ ਲੈਂਦੇ ਆ, ਯਤਨ ਕਰਨ ਲੱਗ ਜਾਂਦੇ ਪਰਮੇਸ਼ਰ ਨੂੰ ਮਿਲਣ ਦਾ, ਤੇ ਫਿਰ ਸਾਧ ਸੰਗਤ ਜੀ ਕੀ ਹੈ, ਸਰੀਰ ਵਿੱਚ ਹੀ ਫਰਕ ਪੈ ਜਾਂਦਾ ਹੈ। ਬਹੁਤ ਜ਼ਿਆਦਾ ਖੁਸ਼ਕੀ ਆਉਣ ਦੇ ਨਾਲ ਦਿਮਾਗ 'ਚ ਹੀ ਕਈਆਂ ਦੇ ਫਰਕ ਪੈ ਜਾਂਦਾ, ਕਈ ਬੌਰੇ ਹੋ ਜਾਂਦੇ ਆ। ਪਰਮੇਸ਼ਰ ਨੂੰ ਮਿਲਣ ਤੱਕ ਡਾਕਟਰ ਭਾਈ ਵੀਰ ਸਿੰਘ ਜੀ ਬੜੇ ਅਭਿਆਸੀ ਹੋਏ ਆ ਪੁਰਖ। ਉਹਨਾਂ ਨੇ ਬੜਾ ਸੋਹਣਾ ਸਾਹਿਤ ਲਿਖਿਆ, ਬੜੀ ਕਮਾਈ ਉਹਨਾਂ ਦੀ। ਉਹਨਾਂ ਨੇ ਇਹ ਜ਼ਿਕਰ ਕੀਤਾ ਅਭਿਆਸੀ ਪੁਰਖਾਂ ਵਾਸਤੇ, ਜੇ ਤਾਂ ਹੋਰ ਵਿਹਾਰ ਕਰਨੇ ਆ ਤੇ ਭਜਨ ਵੀ ਕਰਦਾ, ਉਹਦੇ ਲਈ ਨਹੀਂ। ਜਿੰਨੇ ਕੱਲਾ ਸ਼ਬਦ ਦੀ ਕਮਾਈ ਕਰਨੀ ਹੈ ਅੱਠੇ ਪੈਰ, ਉਹਨੂੰ ਪਹਿਲਾਂ ਪਹਿਲ ਨਿਯਮ ਕੀ ਕਰਨੇ ਚਾਹੀਦੇ ਹੈ ਕਿ ਸਰੀਰ ਨੂੰ ਨੀਂਦ ਵੀ ਰਜਵੀਂ ਦੇਣੀ ਚਾਹੀਦੀ ਹੈ, ਤੇ ਭੋਜਨ ਵੀ ਜਿਹੜਾ ਨਾ ਉਹ ਆਹਾਰ ਇਸ ਤਰੀਕੇ ਨਾਲ ਲੈਣਾ ਚਾਹੀਦਾ ਕਿ ਬਹੁਤ ਜ਼ਿਆਦਾ ਰੱਜ ਕੇ ਵੀ ਨਹੀਂ, ਪਰ ਭੁੱਖਿਆ ਨਹੀਂ ਰਹਿਣਾ ਚਾਹੀਦਾ। ਤੇ ਸਰੀਰ ਦੇ ਜਿਹੜਾ ਹੈ ਵਾਸਤੇ ਬਹੁਤ ਧਿਆਨ ਦੇਣਾ ਚਾਹੀਦਾ। ਇਸ ਤਰ੍ਹਾਂ ਸਰੀਰ ਦਾ ਖਿਆਲ ਰੱਖਦਿਆਂ ਜਦੋਂ ਸ਼ਬਦ ਦੀ ਕਮਾਈ ਕਰੀਏ। ਇੱਕ ਭਾਈ ਰਘਵੀਰ ਸਿੰਘ ਜੀ ਵੀਰ ਹੋਏ ਆ, ਉਹ ਵੀ ਬੜੀ ਕਮਾਈ ਵਾਲੇ ਹੋਏ, ਕਿਸੇ ਚੰਗੇ ਅਹੁਦੇ ਤੇ ਉਹਨਾਂ ਨੇ ਬੜਾ ਸਮਾਂ ਨੌਕਰੀ ਵੀ ਕੀਤੀ ਹੈ, ਕਿਤਾਬਾਂ ਵੀ ਉਹਨਾਂ ਦੀਆਂ ਸੋਹਣੀਆਂ ਲਿਖੀਆਂ। ਉਹ ਵੀ ਸਾਧ ਸੰਗਤ ਜੀ ਕਮਾਈ ਵਾਸਤੇ ਉਹਨਾਂ ਲਿਖਿਆ ਕਿ ਸਭ ਤੋਂ ਚੰਗਾ ਸਮਾਂ ਰਾਤ ਦੇ ਜਾਗਣ ਦਾ ਹੈ। ਉਹ ਆਪਣਾ ਉਹਨਾਂ ਨੇ ਜਿਹੜਾ ਹੈ ਸ਼ਬਦ ਦੀ ਕਮਾਈ ਨਾਲ ਜੋ ਪ੍ਰਾਪਤੀ ਹੋਈ ਲਿਖਿਆ ਕਿ ਜਦੋਂ ਘਰ ਦੇ ਜੀ ਸਾਰੇ ਸੌਂ ਜਾਂਦੇ ਸੀ, ਅਜੇ ਉਹ ਦਫ਼ਤਰ ਜਾਂਦੇ ਸੀ, ਕੰਮ ਕਰਦੇ ਸੀ ਸਾਰਾ। ਘਰ ਦੇ ਜੀ ਕਹਿੰਦੇ ਜਦੋਂ ਸੌਂ ਜਾਂਦੇ ਉਦੋਂ ਮੈਂ ਉੱਠ ਜਾਣਾ, ਕਿਸੇ ਨੂੰ ਪਤਾ ਨਾ ਲੱਗਣ ਦੇਣਾ। ਉਦੋਂ ਉੱਠ ਜਾਣਾ ਤੇ ਇਕਾਂਤ ਥਾਂ ਚੁਣੀ ਹੁੰਦੀ ਸੀ ਘਰ ਵਿੱਚ, ਕਿਉਂਕਿ ਜਿਹਨੇ ਇਹ ਰਸ ਲੈਣਾ ਹੋਵੇ ਨਾ ਉਹਨਾਂ ਘਰ ਵਿੱਚ ਉਹ ਥਾਂ ਬਣਾਈ ਹੁੰਦੀ ਹੈ ਜ਼ਰੂਰ। ਤੇ ਫਿਰ ਕਹਿੰਦੇ ਮੈਂ ਆਪਣੀ ਉਸ ਜਗ੍ਹਾ ਤੇ ਬੈਠ ਕੇ, ਪਹਿਲਾਂ ਪਹਿਲ ਜ਼ਿਆਦਾ ਚਿਰ ਚੌਂਕੜਾ ਨਹੀਂ ਸੀ ਲੱਗਦਾ, ਪਰ ਹੌਲੀ ਹੌਲੀ ਸਰੀਰ ਪੱਕਦਾ ਚਲਿਆ ਗਿਆ। ਚੌਂਕੜੇ ਦਾ ਸਮਾਂ ਅੱਧੇ ਘੰਟੇ ਤੋਂ 1 ਘੰਟਾ, 2 ਘੰਟੇ, 3 ਘੰਟੇ। ਜਦੋਂ ਸ਼ਬਦ ਵਿੱਚ ਰਸ ਆਉਣ ਲੱਗ ਪਵੇ ਫਿਰ ਤਾਂ ਨਹੀਂ ਪਤਾ ਲੱਗਦਾ, ਫਿਰ ਤਾਂ 6-6 ਘੰਟੇ ਵੀ ਨਹੀਂ ਪਤਾ ਲੱਗਦਾ। ਉਹ ਕਹਿੰਦੇ ਤਕਰੀਬਨ 10 ਵਜੇ ਤੋਂ ਪਹਿਲਾਂ ਘਰ ਦੇ ਸਾਰੇ ਕੰਮ ਕਾਜ ਸਾਂਭ ਕੇ ਘਰ ਦੇ ਜੀ ਸੌਂ ਜਾਂਦੇ ਸੀਗੇ, ਤੇ ਮੈਂ 10 ਵਜੇ ਤੱਕ ਜਾਗ ਪੈਣਾ। ਜਾਗ ਕੇ ਫਿਰ ਆਪ ਦੇ ਨਿਯਮ ਵਿੱਚ ਜੁੜ ਜਾਣਾ, ਤੇ ਸਵੇਰ ਦੇ 5 ਵਜੇ ਤੱਕ ਕਹਿੰਦੇ ਮੈਂ ਜੁੜੇ ਰਹਿਣਾ। ਦੇਖੋ ਕਿੰਨਾ ਚਿਰ ਬਣਦਾ ਹੈ ਸਾਧ ਸੰਗਤ ਜੀ, 7 ਘੰਟੇ ਬਣ ਜਾਂਦੇ ਆ। ਤੇ 5 ਵਜੇ ਕਹਿੰਦੇ ਉੱਠ ਕੇ, ਘਰਦਿਆਂ ਦੇ ਉੱਠਣ ਦਾ ਵਕਤ ਹੁੰਦਾ ਸੀ, 5 ਵਜੇ ਘਰ ਦੇ ਜੀ ਉੱਠਣ ਲੱਗਦੇ ਸੀ, ਮੈਂ 5 ਵਜੇ ਫਿਰ ਸੌਂ ਜਾਣਾ। ਕਿਉਂਕਿ ਉਹ ਉਹਨਾਂ ਵਾਸਤੇ ਹੈ। ਕਿਉਂ ਸੌਂਦੇ ਸੀ? ਕਹਿੰਦੇ ਨੇ 1 ਘੰਟਾ ਨੀਂਦ ਮੈਨੂੰ ਸਾਰੇ ਦਿਨ ਦੀ એનર્ਜੀ ਆ ਜਾਂਦੀ ਸੀ ਫਿਰ ਕੰਮ ਕਰਨ ਦੀ। 5 ਵਜੇ ਤੋਂ ਲੈ ਕੇ 6 ਵਜੇ ਤੱਕ ਕਹਿੰਦੇ ਮੈਂ ਸੌਂ ਜਾਂਦਾ ਸਾਂ। 6 ਵਜੇ ਉੱਠ ਕੇ ਫਿਰ ਆਪ ਦਾ ਇਸ਼ਨਾਨ ਕਰਕੇ ਕੋਈ ਖਾਣਾ ਖਾ ਕੇ ਤੇ ਆਪਣੇ ਦਫ਼ਤਰ ਨੂੰ ਚਲੇ ਜਾਣਾ, ਕੰਮ ਤੇ ਚਲੇ ਜਾਣਾ, ਤੇ ਫਿਰ ਸਾਰਾ ਦਿਨ ਆਪਣਾ ਦਫ਼ਤਰੀ ਕੰਮ ਵੀ ਕਰਨਾ। ਸ਼ਾਮ ਨੂੰ ਫਿਰ ਘਰ ਵਿੱਚ ਆਉਣਾ, ਸਮੇਂ ਦੇ ਨਾਲ ਹੀ ਜਿਹੜਾ ਹੈ ਰਹਿਰਾਸ ਸਾਹਿਬ ਕਰਨੀ, ਸ਼ਾਮ ਦਾ ਖਾਣਾ ਸਮੇਂ ਨਾਲ ਖਾ ਕੇ। ਜਿਹੜਾ ਕਹਿੰਦਾ ਜ਼ਿੰਦਗੀ ਵਿਹਲੀ ਹੈ, ਕੋਈ ਨਹੀਂ, ਹੁਣ ਆਏ ਆ ਦਫ਼ਤਰੋਂ, ਆਏ ਆ, ਟੀਵੀ ਦਾ ਰਿਮੋਟ ਹੱਥ 'ਚ ਆਏ, ਚੈਨਲ ਬਦਲੀ ਜਾਂਦਾ,
10 ਵੱਜ ਗਏ ਸੌਣ ਨੂੰ, 11 ਵੱਜ ਗਏ ਸੌਣ ਨੂੰ, ਹੁਣ ਕੀ ਉੱਠ ਕੇ ਭਜਨ ਕਰਨਾ। ਫਿਰ ਉਹ ਸਮੇਂ ਸਿਰ ਹੀ ਸੌਂ ਜਾਂਦੇ। ਜੇ 7-8 ਵਜੇ ਵੀ ਸੌਣ ਤਾਂ ਵੀ 2 ਘੰਟੇ ਦੀ ਨੀਂਦ ਉਦੋਂ ਲੈ ਲਈ। ਅਭਿਆਸੀ ਪੁਰਖ ਦੀ ਨੀਂਦ ਘਟਦੀ ਫਿਰ ਘਟ ਜਾਂਦੀ ਹੈ। ਭੁੱਖ ਵੀ ਉਹਨਾਂ ਨੂੰ ਘਟਦੀ, ਬਹੁਤ ਘਟ ਜਾਂਦੀ ਹੈ। ਕਈ ਐਸੀਆਂ ਰੂਹਾਂ ਅਜੇ ਵੀ ਹੈ, ਜੇ ਸਾਧ ਸੰਗਤ ਜੀ ਸਰੀਰ ਥਕੇਵਾਂ ਮੰਨੇ ਤੇ ਸੁਖਮਨੀ ਸਾਹਿਬ ਦਾ ਪਾਠ ਕਰਕੇ ਕਹਿੰਦੇ ਸਰੀਰ ਦਾ ਥਕੇਵਾਂ ਲੱਥ ਗਿਆ ਹੈ। ਮਹਾਰਾਜ ਕਈਆਂ ਨੂੰ ਵੇਖੋ ਨੌਕਰੀ ਵੀ ਇਹੋ ਜੀ ਦੇ ਦਿੰਦੇ ਆ ਕਿ ਕਈ ਗੋਰੇ ਉਹਨਾਂ ਥੱਲੇ ਬਾਹਰਲਿਆਂ ਦੇਸ਼ਾਂ ਵਿੱਚ ਇਹੋ ਜਿਹੇ ਸਿੰਘ ਆ ਕੰਮ ਕਰਦੇ ਆ। ਸਾਧ ਸੰਗਤ ਜੀ ਕੰਮ ਸਾਰਿਆਂ ਨੂੰ ਦੱਸ ਕੇ ਤੇ ਆਪ ਦਾ ਉਹ ਕੰਠ ਨਿਤਨੇਮ ਸੁਖਮਨੀ ਸਾਹਿਬ 5 ਗ੍ਰੰਥੀ ਪੜ੍ਹੀ ਜਾਂਦੇ ਸਾਰਾ ਦਿਨ, ਤੇ ਤਨਖਾਹ ਉਹਨਾਂ ਨੂੰ ਉੱਥੇ ਬੈਠਣ ਦੀ ਮਿਲਦੀ ਹੈ। ਬਸ ਕਹਿੰਦੇ ਮਹਾਰਾਜ ਨੇ ਸਾਨੂੰ ਕਿਰਪਾ ਕੀਤੀ, ਨਾਲੇ ਨੌਕਰੀ ਵੀ ਇਦਾਂ ਦੀ ਦੇਤੀ, ਨਾਲੇ ਆਪਣਾ ਨਾਮ ਮਹਾਰਾਜ ਜਪਾ ਰਹੇ। ਤੇ ਜੇ ਸਾਧ ਸੰਗਤ ਜੀ ਉਹ ਵੀ ਕਹਿਣ ਵਿਹਲੇ ਆ ਤੇ ਉੱਥੇ ਨਾਲੇ ਬੈਠ ਕੇ ਉਹ ਵੀ ਫਿਲਮਾਂ ਵੇਖੀ ਜਾਣ, ਆਪਣੇ ਫੋਨ ਨਾਲ ਖੇਡੀ ਜਾਣ, ਉਹ ਵੀ ਤਾਂ ਸਮਾਂ ਬਰਬਾਦ ਕਰ ਹੀ ਸਕਦੇ ਆ ਨਾ। ਪਰ ਮਹਾਰਾਜ ਉਹਨਾਂ ਨੂੰ ਇਹੋ ਜੀ ਚਿੱਤ ਦੀ ਬਿਰਤੀ ਪਰਮੇਸ਼ਰ ਨਾਲ ਜੁੜੀ ਹੈ ਕਿ ਨਾਲੇ ਆਪਣੀ ਕਿਰਤ ਕਰਦੇ ਆ, ਨਾਲੇ ਭਜਨ ਕਰਦੇ ਆ। ਇਹ ਸਤਿਗੁਰਾਂ ਜੀ ਨੇ ਸਾਨੂੰ ਸ਼ਬਦ ਦੇ ਨਾਲ ਸਾਧ ਸੰਗਤ ਜੀ ਜੁੜਨ ਦਾ ਜਿਹੜਾ ਹੈ ਨਾ ਉਹ ਤਰੀਕਾ ਦੱਸਿਆ ਕਿ ਮਨ ਨੂੰ ਮਾਰਨਾ ਹੈ। ਹੋਰ ਜਿਹੜੇ ਬਾਕੀ ਸਾਧਨ ਆ ਉਹ ਸਾਰੇ ਫੋਕਟ ਹਨ, ਜੇ ਮਨ ਨਹੀਂ ਤੁਹਾਡਾ ਕਾਬੂ ਵਿੱਚ ਆਉਂਦਾ ਤਾਂ। ਇਸ ਕਰਕੇ ਮਨ ਕਾਬੂ ਆਉਂਦਾ ਹੈ ਤੇ ਉਹ ਸ਼ਬਦ ਦੀ ਕਮਾਈ ਨਾਲ ਆਉਂਦਾ ਹੈ, ਗੱਲਾਂ ਕਰਨ ਨਾਲ ਨਹੀਂ ਆਉਂਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਉਪਦੇਸ਼ ਨੂੰ ਜਿਹੜੇ ਗੁਰਸਿੱਖ ਪ੍ਰੇਮ ਨਾਲ ਕਮਾਉਂਦੇ ਆ, ਸ਼ਬਦ ਦਾ ਅਭਿਆਸ ਕਰਦੇ ਆ, ਇੱਕ ਦਿਨ ਆਉਂਦਾ ਹੈ ਕਿ ਉਹਨਾਂ ਦੇ ਚਿੱਤ ਦੀ ਬਿਰਤੀ ਮਹਾਰਾਜ ਨਾਲ ਫਿਰ ਬੈਠ ਜਾਂਦੀ ਹੈ, ਅਸਥਿਤ ਹੋ ਜਾਂਦੀ ਹੈ। ਉਹਨਾਂ ਦਾ ਫਿਰ ਮਹਾਰਾਜ ਆਖਿਆ ਕਿਆ ਸਵਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ। ਉਹ ਸਾਧ ਸੰਗਤ ਜੀ ਗੁਰਮੁਖ ਫਿਰ ਪ੍ਰਮਾਣਿਕ ਹੋ ਜਾਂਦੇ, ਸੁੱਤਿਆਂ ਜਾਗਦਿਆਂ ਹਰ ਸਮੇਂ ਮਹਾਰਾਜ ਦੇ ਨਾਲ ਹੀ ਜੁੜੇ ਰਹਿੰਦੇ ਆ। ਚਿੱਤ ਦੀ ਬਿਰਤੀ ਹਜੂਰ ਦੇ ਨਾਲ ਹੀ ਲੱਗੀ ਰਹਿੰਦੀ ਹੈ, ਬੈਠੀ ਰਹਿੰਦੀ ਹੈ। ਮਹਾਰਾਜ ਉਹਨਾਂ ਦੀ ਬਾਬਤ ਕਹਿੰਦੇ ਆ ਕਿ ਮੰਘਰ ਮਾਹੇ ਸੁਹੰਦੀਆਂ। ਇਸ ਮੱਘਰ ਦੇ ਮਹੀਨੇ ਵਿੱਚ ਉਹ ਜਗਿਆਸੂ ਇਸਤਰੀਆਂ ਸੋਭਦੀਆਂ ਨੇ, ਉਹ ਮਹਾਂਪੁਰਖ ਗੁਰਮੁਖ ਸੋਭਦੇ ਹਨ। ਹਰ ਪਿਰ ਸੰਗ ਬੈਠੜਿਆ ਜੋ ਸਾਰਿਆਂ ਨੂੰ ਹਰਿਆਂ ਭਰਿਆਂ ਕਰ ਦੇਣ ਵਾਲਾ ਪਿਰ ਪਤੀ ਵਾਹਿਗੁਰੂ ਹੈ, ਉਸ ਦੇ ਨਾਲ ਜਿਨ੍ਹਾਂ ਦੀ ਚਿੱਤ ਦੀ ਬਿਰਤੀ ਬੈਠ ਗਈ ਹੈ, ਜਿਨ੍ਹਾਂ ਨੂੰ ਅਭੇਦ ਨਿਸ਼ਚੈ ਰੂਪੀ ਕੰਠ ਨਾਲ ਮਹਾਰਾਜ ਲਾ ਲਿਆ ਹੈ, ਜਿਨ੍ਹਾਂ ਦੇ ਅੰਤਸ਼ਕਰਨ ਸੇਜਾ ਦੇ ਅੰਦਰ ਪਰਮੇਸ਼ਰ ਨੂੰ ਸਾਖਿਆਤ ਕਰ ਲਿਆ, ਮਹਾਰਾਜ ਕਹਿੰਦੇ ਭਾਈ ਉਹ ਬੜੇ ਸੋਹਣੇ ਫੱਬਦੇ ਹਨ। ਤਿਨ ਕੇ ਸ਼ੋਭਾ ਕਿਆ ਗਣੇ, ਮਹਾਰਾਜ ਕਹਿੰਦੇ ਉਹਨਾਂ ਦੀ ਸ਼ੋਭਾ ਕੀ ਗਿਣ ਕੇ ਦੱਸ ਦੇਗਾ ਕੋਈ। ਸੂਰਜ ਵਰਗੀ ਹੈ, ਕਹਿੰਦੇ ਆ ਨਾ ਜਦੋਂ ਬੜਾ ਪ੍ਰਤਾਪ ਹੋਵੇ ਕਹਿੰਦੇ ਸੂਰਜ ਵਰਗਾ ਦਗਦਾ। ਤੇ ਸੂਰਜ ਤਾਂ ਸਾਧ ਸੰਗਤ ਜੀ ਪੱਖ ਲਾਉਂਦਾ ਹੈ, ਭੱਜ ਭੱਜ ਕੇ ਲੋਕ ਅੰਦਰ ਨੂੰ ਵੜਦੇ ਆ, ਸਾੜ ਪਾਉਂਦਾ ਹੈ। ਰੱਬ ਦੇ ਪਿਆਰਿਆਂ ਦੀ ਸ਼ੋਭਾ ਇਹੋ ਜੀ ਥੋੜੀ ਕਿ ਲੋਕ ਭੱਜ ਭੱਜ ਕੇ ਅੰਦਰ ਹੀ ਵੜਦੇ, ਸਾੜ ਪੈਂਦਾ ਨਹੀਂ। ਉਹਨਾਂ ਦਰਸ਼ਨ ਕਰਕੇ ਤੇ ਠੰਡ ਪੈਂਦੀ ਹੈ। ਲੋਕ ਤਾਂ ਜਦੋਂ ਪ੍ਰਤਾਪ ਵੇਖਦੇ ਆ ਭੱਜ ਭੱਜ ਕੇ ਆਉਂਦੇ ਆ ਦਰਸ਼ਨ ਕਰਨ ਵਾਸਤੇ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਕੀ ਗਣ ਲੇਗਾ ਉਹਨਾਂ ਦੀ ਕੋਈ ਸ਼ੋਭਾ, ਕੋਈ ਚੰਦਰਮਾ ਵਰਗੇ ਸ਼ੋਭਾ ਕਹਿ ਦਿਆਂਗੇ। ਚੰਦਰਮਾ ਵਰਗੀ ਸ਼ੋਭਾ ਵੀ ਯੋਗ ਨਹੀਂ ਹੈ ਤਾਂ ਭਾਈ ਉਹ ਕਲੰਕੀ ਹੈ ਚੰਦਰਮਾ ਵੀ। ਜਿਹੜਾ ਗੌਤਮ ਦੇ ਘਰੇ ਆ ਕਰਕੇ ਜਿਹਨੇ ਇੰਦਰ ਨੂੰ ਸਾਧ ਸੰਗਤ ਜੀ ਦਿੱਤਾ ਸੀਗਾ ਸੁਨੇਹਾ, ਇਸ ਪ੍ਰਕਾਰ ਭੇਦ ਦੱਸਿਆ ਸੀਗਾ, ਉਹ ਚੰਦਰਮਾ ਵਰਗੀ ਕਹਿ ਦਈਏ ਨਹੀਂ। ਉਸ ਚੰਦਰਮਾ ਵਰਗੀ ਵੀ ਰੱਬ ਦੇ ਪਿਆਰਿਆਂ ਦੀ ਸ਼ੋਭਾ ਨਹੀਂ। ਮਹਾਰਾਜ ਕਹਿੰਦੇ ਭਾਈ ਉਸ ਪਰਮੇਸ਼ਰ ਦੇ ਪਿਆਰ ਵਿੱਚ ਜਿਹਦੀ ਚਿੱਤ ਦੀ ਬਿਰਤੀ ਭਿੱਜ ਗਈ ਹੈ, ਤਿੰਨ ਕੀ ਸ਼ੋਭਾ ਕਿਆ ਗਣੀ। ਉਹਨਾਂ ਦੀ ਸ਼ੋਭਾ ਮਹਾਰਾਜ ਕਹਿੰਦੇ ਗਿਣਤੀ ਕਰਕੇ ਕੋਈ ਕੀ ਕਹਿ ਸਕਦਾ ਹੈ, ਗਿਣਤੀ ਕਰਕੇ ਦੱਸੀ ਨਹੀਂ ਜਾ ਸਕਦੀ। ਕਿਸੇ ਪਾਤਸ਼ਾਹ ਦੀ ਵੀ ਸ਼ੋਭਾ ਉਹਨਾਂ ਵਰਗੀ ਨਹੀਂ ਹੁੰਦੀ। ਇਹੋ ਜੀ ਰੱਬ ਦੇ ਪਿਆਰਿਆਂ ਦੀ ਵੱਡੀ ਸ਼ੋਭਾ ਹੁੰਦੀ ਆ। ਜੇ ਸਾਹਿਬ ਮੇਲੜਿਆ, ਜਿਨ੍ਹਾਂ ਨੂੰ ਮੇਰੇ ਸਾਹਿਬ ਮਾਲਕ ਵਾਹਿਗੁਰੂ ਨੇ ਮੇਲੜਿਆਹ ਆਪਣੇ ਨਾਲ ਮੇਲ ਲਿਆ ਹੈ, ਆਪਣੇ ਵਿੱਚ ਅਭੇਦ ਕਰ ਲਿਆ ਹੈ। ਮਹਾਰਾਜ ਕਹਿੰਦੇ ਉਹਨਾਂ ਦੀ ਸ਼ੋਭਾ ਜਿਹੜੀ ਹੈ ਨਾ ਸ਼ਬਦਾਂ ਨਾਲ ਕੋਈ ਬਿਆਨ ਕਰਕੇ ਨਹੀਂ ਦੱਸ ਸਕਦਾ। ਜਿਹੜਾ ਹੈ ਨਾ ਉਹ ਸਾਧ ਸੰਗਤ ਜੀ ਕਬੀਰ ਸਾਹਿਬ ਜੀ ਨੇ ਵੀ ਫੈਸਲਾ ਦਿੱਤਾ ਹੈ ਕਿ ਕਹਿੰਦੇ ਨੇ ਕਬੀੜ ਰੋੜਾ ਹੋਏ ਰਹੋ ਬਾਟਕਾ, ਕਹਿੰਦੇ ਤਜ ਮਨ ਕਾ ਅਭਿਮਾਨ। ਕਹਿੰਦੇ ਮਨ ਦਾ ਹੰਕਾਰ ਛੱਡ ਕਰਕੇ ਨਾ ਤੈਨੂੰ ਜਿਹੜਾ ਹੈ ਉਹ ਰਸਤੇ ਦਾ ਰੋੜਾ ਬਣ ਜਾਣਾ ਚਾਹੀਦਾ ਹੈ। ਫਿਰ ਕਹਿੰਦੇ ਰੋੜਾ ਹੁਆ ਤਾਂ ਕਿਆ ਭਇਆ, ਪੰਥੀ ਕੋ ਦੁਖ ਦੇ।
ਜੇ ਰਾਹ ਚ ਆਉਣ ਵਾਲਿਆਂ ਨੂੰ ਠੇਡੇ ਹੀ ਮਾਰਦਾ ਰਿਹਾ ਤੇ ਫਿਰ ਰੋੜਾ ਬਣ ਕਰਕੇ ਵੀ ਕੀ ਲੈ ਲਿਆ। ਉਹ ਦੂਜਿਆਂ ਨੂੰ ਠੇਡੇ ਪਾਉਣੇ ਕਿ ਇਹ ਤੂੰ ਆ ਨਹੀਂ ਕੀਤਾ, ਆ ਮੈਂ ਤਾਂ ਆ ਜਿਹੜਾ ਹੈ ਗੁਣ ਧਾਰਨ ਕੀਤਾ ਹੈ, ਤੇਰੇ ਵਿੱਚ ਆ ਊਣਤਾਈ ਹੈ, ਸ਼ੰਕਿਆਂ ਦੇ ਠੇਡੇ ਮਾਰਦਾ ਰਹਿੰਦਾ ਦੂਸਰਿਆਂ ਨੂੰ। ਇਸ ਤਰ੍ਹਾਂ ਕਹਿੰਦੇ ਫਿਰ ਰੋੜਾ ਹੋ ਕਰਕੇ ਵੀ ਕੀ ਲੈ ਲਿਆ। ਤੇ ਫਿਰ ਕਹਿੰਦੇ ਨੇ ਕਬੀਰ ਸਾਹਿਬ ਜੀ ਨੇ ਕਿਹਾ ਕਿ ਭਾਈ ਜਿਹੜੀ ਉਹ ਧਰਤੀ ਜਿਉਂ ਧਰਨੀ ਮੈਂ ਖੇ, ਧਰਤੀ ਦੇ ਉੱਤੇ ਜਿਹੜੀ ਧੂੜ ਹੁੰਦੀ ਉਹ ਬਣ ਜਾਣਾ ਚਾਹੀਦਾ। ਫਿਰ ਕਹਿੰਦੇ ਖੇ ਹੋਈ ਤਾਂ ਕਿਆ ਭਇਆ, ਜੋ ਉੱਡ ਲੱਗਾ ਅੰਗ, ਉਹ ਉੱਡ ਉੱਡ ਕੇ ਮਿੱਟੀ ਮੂੰਹ ਤੇ ਹੀ ਪੈਂਦੀ ਰਹਿੰਦੀ ਹੈ। ਫਿਰ ਕਹਿੰਦੇ ਉਹਦਾ ਕੀ ਲਾਭ ਹੋਇਆ। ਸਾਧ ਸੰਗਤ ਜੀ ਇਉਂ ਕਈ ਆਪਣੇ ਜਿਹੜਾ ਨਾ ਉਹ ਪ੍ਰਭਤਾ ਨਾਲ ਦੂਸਰੇ ਨੂੰ ਹੀ ਲਬੇੜਦੇ ਰਹਿੰਦੇ ਆ ਕਿ ਇਹਨ ਬਾਕੀਆਂ ਮੱਥਾ ਟੇਕਿਆ ਤੇ ਇਹਨ ਕਿਉਂ ਨਹੀਂ ਟੇਕਿਆ। ਇਸ ਤਰ੍ਹਾਂ ਦੇ ਚੱਕਰ 'ਚ ਹੀ ਉਹਨਾਂ ਦੇ ਚਿੱਤ ਦੀ ਬਿਰਤੀ ਲੱਗੀ ਰਹਿੰਦੀ ਹੈ। ਫਿਰ ਕਬੀਰ ਸਾਹਿਬ ਜੀ ਕਹਿੰਦੇ ਭਾਈ ਹਰੀ ਦਾ ਪਿਆਰਾ ਜਿਹੜਾ ਨਾ ਉਹ ਪਾਣੀ ਵਰਗਾ ਹੋਣਾ ਚਾਹੀਦਾ। ਫਿਰ ਕਹਿੰਦੇ ਪਾਣੀ ਹੁਆ ਤਾਂ ਕਿਆ ਭਇਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਕਹਿੰਦੇ ਪਾਣੀ ਵਰਗਾ ਵੀ ਹੋ ਗਿਆ ਤੇ ਕੀ ਪਾਣੀ ਠੰਡਾ ਜਿਹੜਾ ਛਾਵੇਂ ਰੱਖ ਦੋ ਠੰਡਾ ਹੋ ਜਾਂਦਾ ਹੈ, ਧੁੱਪੇ ਰੱਖ ਦਿਓ ਤੱਤਾ ਹੋ ਜਾਂਦਾ ਹੈ। ਰੱਬ ਦਾ ਪਿਆਰਾ ਇਹੋ ਜਿਹਾ ਤਾਂ ਨਹੀਂ ਚਾਹੀਦਾ ਕੋਈ ਮੱਥਾ ਟੇਕਣ ਵਾਲਾ ਆ ਜੇ ਤੇ ਸ਼ੀਤਲਤਾ ਉਹਦੇ ਨਾਲ ਦਿਖਾਵੇ, ਜੇ ਕੋਈ ਨਰਾਦਰੀ ਕਰਤੀ ਹੈ ਤੇ ਅੱਗ ਬਗੂਲਾ ਹੋ ਜੇ, ਐਸਾ ਨਹੀਂ। ਰੱਬ ਦਾ ਪਿਆਰਾ ਤਾਂ ਸ਼ਾਂਤ ਚੇਤੀ ਹੁੰਦਾ ਹੈ। ਉਹ ਤਾਂ ਸਾਧ ਸੰਗਤ ਜੀ ਉਦੋਂ ਹੀ ਉਹਨਾਂ ਨੂੰ ਕ੍ਰੋਧ ਨਹੀਂ ਆਉਂਦਾ, ਉਦੋਂ ਫਿਰ ਉਹ ਵੀਰ ਰਸ ਹੁੰਦਾ ਹੈ ਜਦੋਂ ਕੋਈ ਧਰਮ ਦੇ ਉੱਤੇ ਵਾਅਦਾ ਕਰਦਾ ਹੈ, ਜਦੋਂ ਕੋਈ ਸਾਧ ਸੰਗਤ ਜੀ ਧਰਮ ਤੇ ਆਨ ਸ਼ਾਨ ਨੂੰ ਠੇਸ ਪਹੁੰਚਾਉਂਦਾ ਹੈ ਰੱਬ ਦੇ ਪਿਆਰੇ ਨੂੰ, ਉਦੋਂ ਸਾਧ ਸੰਗਤ ਜੀ ਫਿਰ ਜਿਹੜਾ ਨਾ ਉਹ ਵੀਰ ਰਸ ਆਉਂਦਾ ਹੈ। ਕਬੀਰ ਸਾਹਿਬ ਜੀ ਨੇ ਫੈਸਲਾ ਦਿੱਤਾ ਹੈ ਕਿ ਰੱਬ ਦਾ ਪਿਆਰਾ ਜਿਹੜਾ ਨਾ ਉਹ ਰੱਬ ਵਰਗਾ ਹੀ ਹੁੰਦਾ ਹੈ। ਤੇ ਹੁਣ ਜੇ ਪਰਮੇਸ਼ਰ ਦੀ ਸੋਭਾ ਕੋਈ ਕੌਣ ਕਹਿ ਸਕਦਾ ਹੈ, ਪਰਮੇਸ਼ਰ ਦੀ ਸੋਭਾ ਨਹੀਂ ਨਾ ਦੱਸੀ ਜਾ ਸਕਦੀ। ਤੇ ਇਵੇਂ ਸਾਧ ਸੰਗਤ ਜੀ ਹਰ ਕਾ ਸੇਵਕ ਹਰ ਹੀ ਜਿਹਾ, ਉਹ ਪਰਮੇਸ਼ਰ ਵਰਗਾ ਹੀ ਹੁੰਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਨ੍ਹਾਂ ਨੂੰ ਮੇਰੇ ਵਾਹਿਗੁਰੂ ਨੇ ਆਪਣੇ ਵਿੱਚ ਅਭੇਦ ਕਰ ਲਿਆ ਨਾ, ਮੇਲ ਲਿਆ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹਨਾਂ ਦੀ ਸੋਭਾ ਗਿਣ ਕੇ ਨਹੀਂ ਦੱਸੀ ਜਾ ਸਕਦੀ। ਤਨ ਮਨ ਮੌਲਿਆ RAM ਸਿਉ, ਉਹਨਾਂ ਦਾ ਤਨ ਵੀ ਤੇ ਮਨ ਵੀ ਵਾਹਿਗੁਰੂ ਦੇ ਵਿੱਚ ਮੌਲਿਆ ਮਿਲ ਗਿਆ ਹੈ, ਇਕਾਗਰ ਹੋ ਗਿਆ ਹੈ। ਤਨ ਦੀਆਂ ਇੰਦਰੀਆਂ ਵੀ ਭਜਨ ਕਰਨ ਲੱਗ ਪਈਆਂ, ਮਨ ਦੀਆਂ ਪੰਜੇ ਬਿਰਤੀਆਂ ਵੀ ਲੈ ਹੋ ਗਈਆਂ, ਭਜਨ ਵਿੱਚ ਹੀ ਮਨ ਜਿਹੜਾ ਨਾ ਲੈ ਹੋ ਗਿਆ। ਅਸਲ ਵਿੱਚ ਸਾਧ ਸੰਗਤ ਜੀ ਮਨ ਦਾ ਮੰਨਣਾ ਹੀ ਮਨ ਹੈ। ਜਦੋਂ ਭਜਨ ਵਿੱਚ ਜੁੜ ਜਾਂਦਾ ਨਾ ਉਦੋਂ ਮਨ ਦੀ ਉਪਾਧੀ ਮਿਟ ਜਾਂਦੀ ਹੈ, ਉਦੋਂ ਅਮਨ ਹੋ ਜਾਂਦਾ, ਭਾਵ ਮਨ ਨਹੀਂ ਰਹਿੰਦਾ, ਉਦੋਂ ਆਪਣੇ ਰੂਪ ਨੂੰ ਪਹਿਚਾਣ ਲੈਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਫਰਮਾਉਂਦੇ ਹਨ ਤਨ ਮਨ ਮੌਲਿਆ RAM ਸਿਉ, ਮਹਾਰਾਜ ਕਹਿੰਦੇ ਭਾਈ ਤਨ ਵੀ ਤੇ ਮਨ ਵੀ ਵਾਹਿਗੁਰੂ ਵਿੱਚ ਮੌਲਿਆ ਇਕਾਗਰ ਹੋ ਜਾਂਦਾ ਹੈ, ਅਭੇਦ ਹੋ ਜਾਂਦਾ ਏ। ਸੰਗ ਸਾਧ ਸਹਿਲੜੀਆਂ, ਮਹਾਰਾਜ ਕਹਿੰਦੇ ਭਾਈ ਕਿਸ ਤਰ੍ਹਾਂ ਹੁੰਦਾ ਹੈ, ਸੰਗ ਸਾਧ ਸਹੇਲੜੀਆਹ। ਜਿਹੜੀਆਂ ਸਹੇਲੀਆਂ ਕੌਣ ਨੇ? ਸਾਧੂ ਮਹਾਪੁਰਸ਼ ਜਿਹੜੇ ਤਤ ਵੇਤੇ ਐ, ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਏ, ਉਹਨਾਂ ਨਾਲ ਮਿੱਤਰਤਾ ਪਾ ਕਰਕੇ ਜਦੋਂ ਸੰਗ ਕਰੀਦਾ ਨਾ, ਸੰਗਤ ਕਰੀਦੀ ਹੈ ਉਹਨਾਂ ਦੀ, ਤੇ ਫਿਰ ਮਹਾਰਾਜ ਕਹਿੰਦੇ ਭਾਈ ਕੀ ਹੁੰਦਾ ਫਲ ਪ੍ਰਾਪਤ? ਤਨ ਵੀ ਵਾਹਿਗੁਰੂ ਵਿੱਚ ਮਿਲ ਜਾਂਦਾ ਹੈ, ਮਨ ਵੀ ਵਾਹਿਗੁਰੂ ਵਿੱਚ ਇਕਾਗਰ ਹੋ ਜਾਂਦਾ ਹੈ। ਇਹ ਹੈ ਸਤਪੁਰਸ਼ਾਂ ਦੀ ਸੰਗਤ ਦਾ ਲਾਭ। ਇਹ ਮੱਘਰ ਦੇ ਮਹੀਨੇ ਦੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਖਿਆ ਦੇ ਰਹੇ ਹੈ ਕਿ ਵੇਖੋ ਜੁੜੇ ਹੋਏ ਦੀ ਸੰਗਤ ਕਰਨ ਦਾ ਕਿੱਡਾ ਵੱਡਾ ਲਾਭ ਹੈ। ਜੇ ਕੋਈ ਪਰਮੇਸ਼ਰ ਦੇ ਨਾਮ ਵਿੱਚ ਭਿੱਜਿਆ ਹੋਇਆ ਹੈ ਨਾ, ਉਹਦੀ ਸੰਗਤ ਕਰਾਂਗੇ, ਸਤਿਗੁਰੂ ਜੀ ਕਹਿੰਦੇ ਭਾਈ ਉਹਦੇ ਨਾਲ ਮਿੱਤਰਤਾ ਪਾਵਾਂਗੇ, ਭਾਵੇਂ ਕਿ ਉਹਨਾਂ ਦੀ ਕਿਸੇ ਸਰੀਰ ਨਾਲ ਮਿੱਤਰਤਾ ਨਹੀਂ ਹੁੰਦੀ। ਜਿਹੜੇ ਵਾਹਿਗੁਰੂ ਨਾਲ ਜੁੜ ਜਾਂਦੇ ਆ ਨਾ, ਉਹ ਸਰੀਰ ਨੂੰ ਆਪਣੇ ਨੂੰ ਮਿੱਥਿਆ ਜਾਣ ਲਿਆ ਹੁੰਦਾ ਤੇ ਦੂਸਰੇ ਸਰੀਰ ਨਾਲ ਕੀ ਮਿੱਤਰਤਾ ਪਾਉਣਗੇ। ਸਾਧ ਸੰਗਤ ਜੀ ਉਹਨਾਂ ਦਾ ਮਿੱਤਰ ਉਹੋ ਹੀ ਹੈ ਜਿਹੜਾ ਸੱਚ ਦਾ ਖੋਜੀ ਹੈ, ਜਿਹੜਾ ਸੱਚ ਨੂੰ ਮਿਲਣਾ ਚਾਹੁੰਦਾ ਹੈ। ਤੇ ਜਿਹੜਾ ਅਜੇ ਰਸਾਂ ਵਿੱਚ ਫਸਿਆ ਹੋਇਆ ਹੈ ਉਹਨੂੰ ਨਹੀਂ ਉਹ ਮਿੱਤਰ ਬਣਾਉਂਦੇ। ਉਹਨੂੰ ਦੱਸ ਦੇਣਗੇ ਜ਼ਰੂਰ ਹੈ, ਪਰ ਜੇ ਆਖੇ ਨਾ ਲੱਗੇ ਤਾਂ ਖਹਿੜਾ ਨਹੀਂ ਉਹਦਾ ਕਰਦੇ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਭਾਈ ਸਾਧੂਆਂ ਨੂੰ ਆਪਣੇ ਮਿੱਤਰ ਬਣਾਇਆ ਹੈ, ਉਹਨਾਂ ਦੀ ਸੰਗਤ ਕੀਤੀ ਹੈ, ਉਹਨਾਂ ਦਾ ਤਨ ਤੇ ਮਨ ਮਹਾਰਾਜ ਕਹਿੰਦੇ ਭਾਈ ਪ੍ਰਭੂ ਦੇ ਪਿਆਰ ਵਿੱਚ ਮੌਲਿਆ ਖਿੜ ਗਿਆ ਏ।
ਸਾਧ ਜਨਾ ਤੇ ਬਾਹਰੇ। ਜਿਹੜੀਆਂ ਮਹਾਰਾਜ ਕਹਿੰਦੇ ਭਾਈ ਸਾਧੂਆਂ ਜਨਾਂ ਤੋਂ ਸਤਪੁਰਸ਼ਾਂ ਤੋਂ ਬਾਹਰੀਆਂ ਹਨ ਜਗਿਆਸੂ, ਜਿਹੜੀਆਂ ਨਹੀਂ ਬਣੀਆਂ, ਜਿਹੜੀਆਂ ਐਸੀਆਂ ਜੀਵ ਰੂਪੀ ਇਸਤਰੀਆਂ ਨੇ ਸੰਗਤ ਕਰਦੇ ਹੀ ਨਹੀਂ। ਕਹਿੰਦੇ ਸੰਗਤ ਕਰਨਾ ਤਾਂ ਵਿਹਲਿਆਂ ਦਾ ਕੰਮ ਹੈ, ਉੱਥੇ ਉਹ ਜਾਵੇ ਜਿਹਨੂੰ ਕੋਈ ਕੰਮ ਨਹੀਂ। ਇਸ ਤਰ੍ਹਾਂ ਦੇ ਵਿਅੰਗ ਕੱਸਦੇ ਆ। ਤੇ ਮਹਾਰਾਜ ਕਹਿੰਦੇ ਸਾਧ ਜਨਾਂ ਤੇ ਬਾਹਰੀ, ਜਿਹੜੀਆਂ ਭਾਈ ਸਾਧੂ ਸਤਿਗੁਰਾਂ ਤੋਂ ਇਸ ਪ੍ਰਕਾਰ ਸੰਗਤ ਤੋਂ ਬਾਹਰੀਆਂ ਹਨ, ਭਾਵ ਸੰਗਤ ਨਹੀਂ ਜਿਹੜੇ ਜੀਵ ਕਰਦੇ। ਸੇ ਰਹਿਨ ਇਕ ਲੜਿਆ, ਕੋਈ ਸੁਭ ਗੁਣ ਨਹੀਂ ਰਹਿੰਦਾ ਕੋਲ ਗਵਾਹੀ ਦੇਣ ਨੂੰ। ਸੇ ਰਹਿਨ ਅਕੇਲੜਿਆਹ, ਇਕੱਲੇ ਹੀ ਰਹਿ ਜਾਂਦੇ ਆ ਸਾਧ ਸੰਗਤ ਜੀ। ਇਕੱਲੇ ਹੀ ਫਿਰ ਜਦੋਂ ਕੀ ਆ ਖਾਲੀ ਹੱਥ ਪਰਲੋਕ ਦੇ ਰਾਹ ਨੂੰ ਮਹਾਰਾਜ ਕਹਿੰਦੇ ਭਾਈ ਤੁਰ ਪੈਂਦੇ ਆ। ਇੱਥੇ ਵੀ ਨਾ ਜਿਹੜਾ ਇਹੋ ਜਿਹਾ ਮਤਬਲੀ ਪੁਰਖ ਹੁੰਦਾ ਨਾ, ਉਹਦਾ ਸਾਧ ਸੰਗਤ ਜੀ ਕੋਈ ਮਿੱਤਰ ਨਹੀਂ ਹੁੰਦਾ। ਕਹਿਣ ਨੂੰ ਤਾਂ ਉਹਨੂੰ ਸਾਰੇ ਹੀ ਮੂੰਹ ਤੋਂ ਬੜਾ ਜ਼ਿਆਦਾ ਉਹਦੇ ਨਾਲ ਦਿਖਾਉਂਦੇ ਆ, ਪਰ ਜਦੋਂ ਕਿਤੇ ਸਾਧ ਸੰਗਤ ਜੀ ਲੋੜ ਪੈਂਦੀ ਹੈ, ਉਹ ਆਪਣੇ ਆਪ ਨੂੰ ਫਿਰ ਇਕੱਲਾ ਹੀ ਮਹਿਸੂਸ ਕਰਦਾ ਹੈ, ਇਕੱਲਾ ਹੀ ਰਹਿ ਜਾਂਦਾ ਹੈ। ਕੋਈ ਸੁਭ ਗੁਣ ਨਹੀਂ ਕਮਾਇਆ, ਸੰਗਤ ਨਹੀਂ ਕੀਤੀ, ਤੇ ਅੰਦਰ ਵੀ ਧਰਵਾਸ ਤਾਂ ਹੀ ਹੋਵੇ ਨਾ ਕਿ ਜੇ ਔਖੇ ਵੇਲੇ ਕੰਮ ਆਉਣ ਵਾਸਤੇ ਕੋਈ ਨਾਮ ਜਪਿਆ ਹੈ, ਕੋਈ ਭਗਤੀ ਕੀਤੀ ਹੈ, ਸੁਭ ਗੁਣ ਕਮਾਇਆ ਹੈ, ਕੁਛ ਵੀ ਖਾਲੀ ਹੈ, ਕੋਲ ਹੀ ਕੱਖ ਨਹੀਂ ਰਿਹਾ, ਤਾਂ ਮਹਾਰਾਜ ਕਹਿੰਦੇ ਭਾਈ ਉਹ ਇਕੱਲੇ ਹੀ ਹਨ। ਉਹਨਾਂ ਦੇ ਕੋਲ ਕੁਛ ਵੀ ਨਹੀਂ ਰਹਿ ਜਾਂਦਾ, ਇਕੱਲੇ ਹੀ ਵਿਰਲਾਪ ਕਰਦੇ ਆ। ਤੈਨ ਦੁਖ ਨਾ ਕਬਹੁ ਉਤਰੈ। ਹੁਣ ਤਾਂ ਸਤ ਸੰਗਤ ਨਹੀਂ ਕਰਦੇ, ਨਾਮ ਨਹੀਂ ਜਪਦੇ, ਮਹਾਰਾਜ ਕਹਿੰਦੇ ਉਹਨਾਂ ਦੇ ਸਿਰੋਂ ਦੁੱਖ ਕਦੇ ਵੀ ਨਹੀਂ ਉਤਰਦਾ, ਜੰਮਣ ਮਰਨ ਦਾ ਦੁੱਖ ਨਹੀਂ ਉਤਰਦਾ। ਜਦੋਂ ਸਾਧ ਸੰਗਤ ਜੀ ਜੀਵ ਦਾ ਜਨਮ ਹੁੰਦਾ ਹੈ ਨਾ, ਜਨਮ ਵੇਲੇ ਕਿੱਡਾ ਵੱਡਾ ਦੁੱਖ ਲੱਗਦਾ ਹੈ। ਸੁਨਿਆਰੇ ਜਿਵੇਂ ਸਾਧ ਸੰਗਤ ਜੀ ਉਹ ਸੋਨੇ ਦੀਆਂ ਤਾਰਾਂ ਨੂੰ ਬਰੀਕ ਖਿੱਚ ਕੇ ਕਢਾਈ ਨਹੀਂ ਕਰਦੇ, ਕਿਵੇਂ ਖਿੱਚਦੇ ਆ, ਕਹਿੰਦੇ ਇਵੇਂ ਮਾਤਾ ਦੇ ਉਦਰ ਵਿੱਚੋਂ ਜਨਮ ਵੇਲੇ ਪੀੜਾ ਹੁੰਦੀ ਹੈ। ਕਈ ਤਾਂ ਜਨਮਦਿਆਂ ਹੀ ਮਰ ਜਾਂਦੇ ਆ, ਕਈ ਜਨਮਦਿਆਂ ਹੀ ਸਾਧ ਸੰਗਤ ਜੀ ਇਹੋ ਜਿਹੇ ਬੌਰੇ ਹੁੰਦੇ ਆ, ਕਿੰਨਾ ਚਿਰ ਸਾਲ ਬੋਲਿਆ ਹੀ ਨਹੀਂ ਜਾਂਦਾ। ਬੜੇ ਇਹ ਜਨਮ ਦੇ ਵੀ ਦੁੱਖ ਵੈ। ਜਦੋਂ ਫਿਰ ਜਨਮ ਹੋ ਜਾਂਦਾ ਹੈ, ਕਿੱਡਾ ਉਹ ਬਚਪਨ ਦਾ ਵੀ ਦੁੱਖ ਮੰਨਿਆ ਗਿਆ ਕਿ ਜਿਹੜਾ ਹੈ ਰਸਨਾ ਹੈਗੀ ਹੈ ਪਰ ਬੋਲ ਕੇ ਕੁਝ ਨਹੀਂ ਦੱਸ ਸਕਦਾ, ਅੱਖਾਂ ਨਾਲ ਵੇਖਦਾ ਹੈ ਪਰ ਨਿਰਣਾ ਕੁਝ ਨਹੀਂ ਕਰ ਪਾਉਂਦਾ ਹੈ, ਕੰਨਾਂ ਨਾਲ ਸੁਣਦਾ ਹੈ ਪਰ ਸਾਧ ਸੰਗਤ ਜੀ ਸਮਝ ਨਹੀਂ ਸਕਦਾ ਹੈ। ਉੱਤੇ ਆਕਾਸ਼ ਵੱਲ ਵੇਖਦਾ ਹੈ, ਚੰਦਰਮਾ ਨੂੰ ਇਉਂ ਵੇਖ ਕੇ ਕਹਿੰਦਾ ਕਿ ਜਿਵੇਂ ਮੈਨੂੰ ਕੋਈ ਲਿਆ ਕੇ ਪਕੜਾਵੇ, ਜਿੱਦ ਕਰਦਾ ਹੈ, ਰੋਂਦਾ ਹੈ। ਇਸ ਤਰ੍ਹਾਂ ਬੜੇ ਹੀ ਦੁੱਖ ਹੈ। ਕਿਸ਼ੋਰ ਅਵਸਥਾ ਆ ਜਾਂਦੀ ਹੈ। ਬਚਪਨ ਵਿੱਚ ਤਾਂ ਜਿਹੜਾ ਹੈ ਸਾਧ ਸੰਗਤ ਜੀ ਉਹ ਕਿਰਿਆ ਵੀ ਵਿੱਚੇ ਹੀ ਨਿਕਲ ਜਾਂਦੀ ਹੈ, ਨਾ ਮਾਤਾ ਸੰਭਾਲ ਕਰੇ ਤੇ ਕਿੰਨੀ ਦੁੱਖ ਵਾਲੀ ਉਹ ਹਾਲਤ ਹੈ। ਫਿਰ ਜਦੋਂ ਕਿਸ਼ੋਰ ਅਵਸਥਾ ਆਉਂਦੀ ਹੈ, ਖਾਣ ਪੀਣ ਦੇ ਵਿੱਚ ਬੜੀ ਜ਼ਿਆਦੀ ਪ੍ਰੀਤੀ ਲੱਗ ਜਾਂਦੀ ਹੈ। ਜਿੰਨੇ ਪਦਾਰਥ ਖਾਣਾ ਚਾਹੁੰਦਾ ਉਹਨੇ ਮਿਲਦੇ ਨਹੀਂ ਖਾਣ ਨੂੰ। ਕਈ ਜਿਹੜੇ ਆ ਸਾਧ ਸੰਗਤ ਜੀ ਉਹ ਉੱਠ ਕੇ ਜਿਹੜਾ ਹੈ ਉਹ ਰਾਤ ਨੂੰ ਮੱਖਣ ਖਾਂਦੇ ਚੋਰੀ, ਕੋਈ ਕੁਛ ਕੋਈ ਕਿਸ ਪ੍ਰਕਾਰ, ਇਉਂ ਇੱਛਾ ਵੱਧ ਜਾਂਦੀ ਹੈ ਖਾਣ ਦੀ ਪਦਾਰਥਾਂ ਦੀ, ਪਰ ਉਹਨੇ ਹੱਥ ਨਹੀਂ ਆਉਂਦੇ ਖਾਣ ਵਾਸਤੇ। ਜਦੋਂ ਬਾਲਕਾਂ ਵਿੱਚ ਬਾਹਰ ਖੇਡਣ ਜਾਂਦਾ, ਵੱਡੇ ਬਾਲਕ ਕੁੱਟ ਦਿੰਦੇ ਆ, ਖੋਹ ਲੈਂਦੇ ਆ, ਫਿਰ ਰੋਂਦਾ ਘਰ ਨੂੰ ਆਉਂਦਾ ਹੈ। ਫਿਰ ਜਦੋਂ ਹੌਲੀ ਗ੍ਰਸਤੀ ਹੋ ਜਾਂਦਾ ਹੈ, ਫਿਰ ਜਦੋਂ ਗ੍ਰਸਤੀ ਹੁੰਦਾ ਹੈ, ਘਰ ਦੇ ਅੰਦਰ ਪਦਾਰਥ ਇਕੱਠੇ ਕਰਨ ਦੀ ਚਿੰਤਾ ਲੱਗ ਜਾਂਦੀ ਹੈ। ਕੋਈ ਨੌਕਰੀ ਕਰਦਾ ਹੈ, ਕੋਈ ਟੋਕਰੀ ਵਾਹੁੰਦਾ ਹੈ, ਕੋਈ ਸੁਦਾਗਰੀ ਕਰਦਾ ਹੈ। ਫਿਰ ਜਦੋਂ ਬੱਚੇ ਹੋ ਜਾਂਦੇ ਆ, ਉਹਨਾਂ ਨੂੰ ਖਵਾਉਣ ਵਾਸਤੇ ਬੜੀ ਚਿੱਤ ਦੀ ਪ੍ਰੀਤੀ ਲੱਗੀ ਰਹਿੰਦੀ ਹੈ। ਆਪ ਭਾਵੇਂ ਖੀਣ ਹੋ ਜਾਵੇ, ਬੱਚਿਆਂ ਦੇ ਮੂੰਹ ਵਿੱਚ ਲਿਆ ਕਰਕੇ ਪਾਉਂਦਾ ਹੈ। ਜਦੋਂ ਫਿਰ ਸਾਧ ਸੰਗਤ ਜੀ ਪ੍ਰੌਢਿਆ ਅਵਸਥਾ ਆਉਂਦੀ ਹੈ, ਉਦੋਂ ਸਰੀਰ ਜਿਹੜਾ ਸਿਥਲ ਹੋਣਾ ਸ਼ੁਰੂ ਹੋ ਜਾਂਦਾ ਹੈ, ਗੋਡੇ ਜਵਾਬ ਦੇਣ ਲੱਗ ਪੈਂਦੇ ਹੈ। ਅੱਗੇ ਤੇ ਸੋਚਦਾ ਹੁੰਦਾ ਹੈ ਕਿ ਹੋ ਗਿਆ ਇਸ ਤਰ੍ਹਾਂ ਰੋਗ ਤੇ ਦਵਾਈ ਲੈ ਲਾਂਗੇ, ਕੀ ਹੋ ਜਾਏਗਾ, ਕੁਛ ਨਹੀਂ ਹੁੰਦਾ, ਇਉਂ ਪਰਵਾਹ ਹੀ ਨਹੀਂ ਕਰਦਾ। ਪਰ ਜਦੋਂ 40 ਤੋਂ ਉੱਤੇ ਅਵਸਥਾ ਟੱਪਣ ਲੱਗਦੀ ਹੈ ਨਾ, ਫਿਰ ਦਵਾਈਆਂ ਨਾਲ ਵੀ ਰੋਗ ਰਾਜੀ ਨਹੀਂ ਹੁੰਦੇ। ਸਰੀਰ ਬਹਿਣ ਹੀ ਲੱਗ ਪੈਂਦਾ, ਅੱਖਾਂ ਜੋਤ ਜਾਣ ਲੱਗ ਪੈਂਦੀ ਹੈ। ਫਿਰ ਜਦੋਂ ਸਰੀਰ ਸਾਥ ਛੱਡਣ ਲੱਗਦਾ ਹੈ ਨਾ, ਬੜਾ ਹੀ ਮਨ ਦੇ ਅੰਦਰ ਦੁਖੀ ਹੁੰਦਾ ਹੈ, ਬੜੇ ਝੋਰੇ ਲੱਗਦੇ ਆ, ਗਮ ਲੱਗਦਾ ਹੈ ਕਿ ਸਰੀਰ ਮੇਰੇ ਹੱਥੋਂ ਹੁਣ ਇਹ ਸਿਥਲ ਹੁੰਦਾ ਜਾ ਰਿਹਾ ਹੈ। ਫਿਰ ਸਾਧ ਸੰਗਤ ਜੀ ਕੀ ਆ, ਬੱਚੇ ਵਿਆਹੇ ਜਾਂਦੇ ਆ। ਉਹ ਜਦੋਂ ਫਿਰ ਬਿਰਧ ਅਵਸਥਾ ਆਉਂਦੀ ਹੈ ਤੋ ਇਹੋ ਜਿਹਾ ਰੋਗ ਲੱਗ ਜਾਂਦਾ ਹੈ, ਖੰਘ ਦਾ, ਜ਼ੁਕਾਮ ਦਾ। ਫਿਰ ਉਹਨੂੰ ਘਰ ਨਹੀਂ ਅੰਦਰ ਵੜਨ ਦਿੰਦੇ, ਕਹਿੰਦੇ ਬਾਹਰ ਵਿਆਹ ਕਰ, ਇੱਥੇ ਕੁੱਤੇ ਰੋਕਿਆ ਕਰ, ਅੰਦਰ ਨਾ ਆਇਆ ਕਰ।
इस तरह साध संगत जी बहुत बुरी हालत वै, दुख ही दुख वै। ज्यों जन्म तो लैके मरण तक भी दुख ही चिंबड़े रहिंदे है, ते जदों फिर मरना उदों तां दुखां दी पटारी खुलनी है ना, फिर तां पता ही नहीं किन्ने क दुख वै। तो सच्चे पातशाह जी महाराज कहंदे ने, फिर पढ़ दिओ पंक्ति, तिन दुख ना कबहू उतरै। महाराज कहंदे तिन दुख न कबहू उतरै। उन्हां दा दुख भाई कदे भी सिरों उतरदा नहीं। जन्म भी लै लिया दुखां च ही मरदे रहिंदे आ, झोरे ही गल पए रहिंदे आ, मरण तो बाद भी दुख ही दुख। महाराज कहंदे सिरों भाई दुख उतरदा ही नहीं। क्यों? संगत नहीं कीती। महाराज जी दस आए है ना कि साध जना ते बाहरी से रहन अकेलड़िया। कहंदे कल्ले ते रहने कल्ले आ, की हो जाएगा? महाराज कहंदे तेन दुख न कबहू उतरै। दुख भी नहीं कदे सिरों लथूगा। दुख दे लैण दा थाम गुरु नानक साहब दी साध संगत सी, ਉਹ नहीं कीती। दुख दे लैण दा यतन सी, शब्द नूं कमाउणा ਉਹ नहीं कमाया। पैसिਆਂ वास्ते तां ਅੰਮ੍ਰਿਤ ਵੇਲੇ ਉੱਠ ਉੱਠ ਕੇ ਦੌੜਦਾ ਰਿਹਾ, ਪਰ ਸ਼ਬਦ ਦੀ ਕਮਾਈ ਵੇਲੇ ਜਦੋਂ ਘਰਾਂ 'ਚ ਰਹਿਣਾ ਸੀ ਉਦੋਂ ਹੁਣ ਉੱਠਿਆ ਹੀ ਨਹੀਂ ਜਾਂਦਾ ਤੇਰੇ ਕੋਲੋਂ। ਹੁਣ ਤੇਰੇ ਕੋਲੋਂ ਭਜਨ ਹੁੰਦਾ ਹੀ ਨਹੀਂ ਹੈ। ਤੇ ਜਦੋਂ ਕਮਾਈ ਕਰਨੀ ਸੀ, ਜਿਹੜਾ ਪੈਸਿਆਂ ਨੂੰ ਇਕੱਠਿਆਂ ਕਰਨਾ ਸੀ, ਉਦੋਂ ਤੈਨੂੰ ਕਿੱਦਾਂ ਜਾਗ ਆ ਜਾਂਦੀ ਸੀ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਦੁੱਖ ਦੇ ਉਤਾਰਨ ਦਾ ਕੋਈ ਯਤਨ ਨਹੀਂ ਤਾਂ ਕੀਤਾ। ਹੁਣ ਸਿਰੋਂ ਦੁੱਖ ਮਹਾਰਾਜ ਕਹਿੰਦੇ ਕਦੇ ਉਤਰ ਨਹੀਂ ਸਕੇਗਾ। ਸੇ ਜਮ ਕੈ ਵਸ ਪੜਿਆ ਹੈ। ਸੇ ਉਹ ਮਹਾਰਾਜ ਕਹਿੰਦੇ ਅੰਤ ਨੂੰ ਮਰ ਕੇ ਫਿਰ ਭਾਈ ਜਮਾਂ ਦੇ ਵਸ ਪੈ ਜਾਣਗੇ। ਜਮ ਵੀ ਫਿਰ ਉਹਨੂੰ ਕਹਿਣਗੇ ਵੀ ਆਪ ਹੀ ਅਸੀਂ ਤੈਨੂੰ ਉਡੀਕਦੇ ਸਾਂ, ਲੈਣ ਆਏ ਸਾਂ ਤੈਨੂੰ। ਇਹੋ ਜਿਹਾ ਜਿਹੜਾ ਪੁਰਖ ਹੁੰਦਾ ਉਹਦੀ ਉਮਰ ਵੀ ਸਾਧ ਸੰਗਤ ਜੀ ਘਟ ਜਾਂਦੀ। ਜਿੰਨੀ ਉਮਰ ਲਿਖਾ ਕੇ ਆਇਆ ਹੁੰਦਾ ਨਾ ਉਹ ਘਟ ਜਾਂਦੀ ਹੈ। ਵਾਹਿਗੁਰੂ ਦਾ ਵਿਧੀ ਵਿਧਾਨ ਹੈ। ਤਿੰਨ ਵਿਧੀਆਂ ਦਸੀਆਂ ਹੋਈਆਂ। ਇੱਕ ਤਾਂ ਸਾਧ ਸੰਗਤ ਜੀ ਉਮਰ ਉਹਨਾਂ ਦੀ ਘਟਦੀ ਹੈ ਜਿਹੜੇ ਵਕਾਰਾਂ ਦੇ ਭੋਗਣ ਵਿੱਚ ਲੱਗੇ ਰਹਿੰਦੇ ਆ, ਉਮਰ ਘਟਦੀ ਰਹਿੰਦੀ ਉਹਨਾਂ ਦੀ। ਤੇ ਇੱਕ ਇਹੋ ਜਿਹਾ ਮਹਾਰਾਜ ਨੇ ਵਿਧੀ ਵਿਧਾਨ ਲਿਖਿਆ ਕਿ ਜਿਹੜਾ ਉਹ ਸਮਾਂ ਲਿਖਿਆ ਗਿਆ ਨਾ ਉਹ ਟਲਦਾ ਨਹੀਂ। ਭਾਵ ਕਿ ਜਿੰਨੀ ਲਿਖੀ ਹੈ ਓਨੀ ਮਿਲੀ ਹੈ, ਓਨੀ ਉਹ ਭੋਗਣੀ ਹੈ। ਪਰ ਘਟਦੀ ਕਿਹਦੀ ਹੈ? ਇਹ ਵੀ ਵਿਧੀ ਵਿਧਾਨ ਮਹਾਰਾਜ ਦੀ ਬਾਣੀ 'ਚ ਲਿਖਿਆ। ਘਟਦੀ ਕਿਹਦੀ ਹੈ? ਜਿਹੜਾ ਵਕਾਰਾਂ ਨੂੰ ਭੋਗਣ ਵਿੱਚ ਲੱਗਾ ਰਹਿੰਦਾ। ਫਿਰ ਸਾਧ ਸੰਗਤ ਜੀ ਉਮਰ ਵੱਧ ਵੀ ਜਾਂਦੀ ਜੇ ਲਿਖੀ ਹੋਈ। ਵੱਧਦੀ ਕਿਹਦੀ ਹੈ? ਜਿਹੜਾ ਭਜਨ ਵਿੱਚ ਜੁੜ ਜਾਂਦਾ ਹੈ। ਕਿਉਂਕਿ ਜਿੱਥੇ ਕਾਮੀ ਨੇ 8 ਸਾਹ ਲੈਣੇ ਆ ਨਾ, ਭਜਨ 'ਚ ਜੁੜਨ ਵਾਲਾ 1 ਲੈਂਦਾ ਹੈ ਤੇ ਉਮਰ ਵੱਧ ਜਾਂਦੀ ਹੈ। ਇਹ ਸਾਧ ਸੰਗਤ ਜੀ ਉਸ ਦਿਨ ਕਥਾ ਵਿੱਚ ਬਚਨ ਆਇਆ ਸੀਗਾ। ਉਹ ਗੁਰਮੁਖ ਪਿਆਰੇ ਭਾਈ ਸੋਹਣ ਸਿੰਘ ਜੀ ਹੈ ਜਿਹੜੇ ਸਾਧ ਸੰਗਤ ਜੀ ਜ਼ਿਕਰ ਮੈਂ ਕੀਤਾ ਸੀਗਾ ਕਿ ਭਾਈ ਮੋਹਨ ਸਿੰਘ ਜੀ ਜਿਹੜੇ ਸੋ ਹੈੱਡ ਗ੍ਰੰਥੀ ਦੀ ਸੇਵਾ ਜਿਨ੍ਹਾਂ ਨੇ ਕੀਤੀ, ਉਹਨਾਂ ਦੇ ਭਰਾ ਨੇ, ਉਹ ਕੈਨੇਡਾ ਵਿੱਚ ਰਹਿੰਦੇ ਆ। ਉਹਨਾਂ ਨੂੰ ਮਹਾਂਪੁਰਖਾਂ ਨੇ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਦੱਸਿਆ ਸੀ ਕਿ ਭਾਈ ਤੇਰੀ ਇੰਨੀ ਉਮਰ ਵਾ, ਪਰ ਨਾਲ ਕਿਹਾ ਕਿ ਜੇ ਤੇਰੀ ਬਿਰਤੀ ਭਜਨ ਵਿੱਚ ਲਵਲੀਨ ਹੋ ਗਈ ਨਾ, ਇਸ ਉਮਰ ਤੋਂ ਵੱਧ ਵੀ ਭੋਗੇਗਾ। ਤੇ ਉਹ ਇੰਨਾ ਭਜਨ ਕਰਦੇ ਆ, ਮਹਾਰਾਜ ਦੀ ਬੜੀ ਕਿਰਪਾ ਹੈ। ਤੇ ਪਿੱਛੇ ਮੈਂ ਮਿਲਿਆ ਸਾਂ ਤਾਂ ਉਹ ਕਹਿੰਦੇ ਭਾਈ ਮੇਰੀ ਉਮਰ ਤਾਂ ਪੂਰੀ ਹੋ ਗਈ ਹੈ, ਹੁਣ ਮੈਂ ਉਮਰ ਵੱਧ ਭੋਗ ਰਿਹਾ ਹਾਂ। ਇਹ ਮਹਾਰਾਜ ਸਾਹਿਬ ਜੀ ਦੀ ਕਿਰਪਾ ਹੁੰਦੀ ਹੈ। ਜਿਨ੍ਹਾਂ ਦਾ ਨਾਮ ਵਿੱਚ ਸਾਧ ਸੰਗਤ ਜੀ ਚਿੱਤ ਜੁੜ ਜਾਂਦਾ ਹੈ ਨਾ, ਉਹਨਾਂ ਦੀ ਉਮਰ ਵੱਧ ਵੀ ਜਾਂਦੀ ਹੈ। ਇਹ ਮਹਾਰਾਜ ਦੇ ਅੰਦਰ ਵਿਧੀ ਵਿਧਾਨ ਉਮਰ ਦੀ ਬਾਬਤ ਲਿਖੇ ਹੋਏ ਹੈ। ਤੇ ਜਿਹੜੇ ਸਾਧ ਸੰਗਤ ਜੀ ਵਕਾਰੀ ਆਦਮੀ ਆ, ਭੋਗਾਂ ਦੇ ਭੋਗਣ 'ਚ ਹੀ ਲੱਗੇ ਰਹਿੰਦੇ ਆ, ਕਦੇ ਮਹਾਰਾਜ ਦੇ ਨਾਲ ਚਿੱਤ ਨਹੀਂ ਜੋੜਦੇ ਆਪਣਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇੱਕ ਤਾਂ ਦੁਖੀ ਰਹਿੰਦੇ ਆ, ਰਾਤ ਦਿਨ ਦੁੱਖਾਂ ਦਾ ਝੋਰਾ ਹੀ ਚਿੰਬੜਿਆ ਰਹਿੰਦਾ ਹੈ। ਤੇ ਫਿਰ ਮਹਾਰਾਜ ਕਹਿੰਦੇ ਮਰ ਕੇ ਜਮਾਂ ਦੇ ਵਸ ਭਾਈ ਪੈਂਦੇ ਆ। ਜਿਨੇ ਰਾਵਿਆ ਪ੍ਰਭ ਆਪਣਾ, ਜਿਨ੍ਹਾਂ ਨੇ ਪ੍ਰਭੂ ਨੂੰ ਆਪਣਾ ਜਾਣ ਕਰਕੇ ਰਾਵਿਆ ਹੈ, ਮਾਣਿਆ ਹੈ ਉਹਦੇ ਪਿਆਰ ਨੂੰ, ਜਪਿਆ ਹੈ ਉਹਦੇ ਨਾਮ ਨੂੰ ਕਿ ਸਭ ਕੁਛ ਆਪਣਾ ਇੱਕ ਰਾਮ ਪਰਾਇਆ। ਜਿਹਨੇ ਸਮਝਿਆ ਹੋਇਆ ਉਹਨ ਸਾਧ ਸੰਗਤ ਜੀ ਕੀ ਭਜਨ ਕਰ ਲੈਣਾ ਹੈ। ਜਿਨ੍ਹਾਂ ਨੇ ਆਪਣਾ ਜਾਣਿਆ ਮਹਾਰਾਜ ਨੂੰ ਕਿ ਹੋਰ ਕੋਈ ਵੀ ਨਹੀਂ ਆਪਣਾ, ਇੱਕ ਕੇਵਲ ਤੇ ਕੇਵਲ ਵਾਹਿਗੁਰੂ ਹੀ ਆਪਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਬਨ ਪਿਹਾਵਲੈ ਹਿਕ ਸਾਥੀ ਲੱਦਮ ਦੁੱਖ ਹਰਤਾ ਹਰ ਨਾਮਾ। ਇਸ ਭਿਆਨਕ ਜੰਗਲ ਦੇ ਅੰਦਰ ਸੰਸਾਰ ਭਿਆਨਕ ਬਨ ਹੈ। ਜਿਨ੍ਹਾਂ ਨੇ ਜਾਣ ਲਿਆ ਕਿ ਇੱਕੋ ਇੱਕ ਸਾਥੀ ਜਿਹੜਾ ਨਾ ਉਹ ਦੁੱਖਾਂ ਦੇ ਹਰਨ ਵਾਲਾ ਵਾਹਿਗੁਰੂ ਦਾ ਨਾਮ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਉਹਨਾਂ ਨੂੰ ਫਿਰ ਪੜ੍ਹ ਦਿਓ ਪੰਕਤੀ,
ਜਿਨੇ ਰਾਵਿਆ ਪ੍ਰਭ ਆਪਣਾ। ਜਿਨ੍ਹਾਂ ਨੇ ਪ੍ਰਭੂ ਨੂੰ ਆਪਣਾ ਜਾਣ ਕਰਕੇ ਮਹਾਰਾਜ ਕਹਿੰਦੇ ਭਾਈ ਰਾਵਿਆ ਹੈ, ਉਚਾਰਨ ਕੀਤਾ, ਉਹਦੇ ਨਾਮ ਨੂੰ ਜਪਿਆ, ਮਹਾਰਾਜ ਤੇਰੇ ਤੋਂ ਬਿਨਾ ਕੋਈ ਨਹੀਂ ਹੋਰ ਮੇਰਾ, ਤੂੰ ਹੀ ਮੇਰਾ ਆਸਰਾ ਹੈ, ਜਿਨ੍ਹਾਂ ਨੇ ਇਹ ਜਾਣ ਕਰਕੇ ਜਪਿਆ ਹੈ। ਸੇ ਦਿਸਨ ਨਿਤ ਖੜਿਆ ਹੈ। ਮਹਾਰਾਜ ਕਹਿੰਦੇ ਭਾਈ ਉਹ ਤਾਂ ਸਦਾ ਹੀ ਅਮਰ ਪਦਵੀ ਨੂੰ ਪ੍ਰਾਪਤ ਹੋ ਜਾਂਦੇ ਐ, ਉਹ ਸਦਾ ਹੀ ਸਾਧ ਸੰਗਤ ਜੀ ਹਾਜ਼ਰ ਹੀ ਦਿਸਦੇ ਐ, ਸਦਾ ਹੀ ਅਟਲ ਹੋ ਜਾਂਦੇ ਐ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਜੀਵਤ ਪੇਖੇ ਜਿਨੀ ਹਰ ਹਰ ਧਿਆਇਆ। ਜਿਨ੍ਹਾਂ ਨੇ ਭਾਈ ਵਾਹਿਗੁਰੂ ਵਾਹਿਗੁਰੂ ਜਪਿਆ ਨਾ, ਉਹ ਸਦਾ ਲਈ ਅਮਰਾ ਪਦਵੀ ਨੂੰ ਪ੍ਰਾਪਤ ਹੋ ਜਾਂਦੇ ਐ। ਸੇ ਦਿਸਨ ਨਿਤ ਖੜਿਆਹ, ਉਹ ਸਦਾ ਹੀ ਸਮੈਦ ਚਿੱਤ ਸਾਧ ਸੰਗਤ ਜੀ ਖੜੇ ਰਹਿੰਦੇ ਐ। ਖੜੇ ਰਹਿਣਾ ਕੀ ਹੈ? ਉਹਨਾਂ ਦੀ ਸਦਾ ਹੀ ਚਿੱਤ ਦੀ ਬਿਰਤੀ ਵਾਹਿਗੁਰੂ ਵਿੱਚ ਇਕਾਗਰ ਹੋ ਜਾਂਦੀ ਹੈ। ਜਿਵੇਂ ਰਾਜਾ ਜਦੋਂ ਬੈਠਾ ਹੋਵੇ ਨਾ ਤੇ ਪਟਰਾਣੀ ਜਲ ਲੈ ਕੇ ਖਲੋਤੀ ਰਹਿੰਦੀ ਹੈ, ਉਹ ਰਾਜਾ ਵੇਖ ਰਿਹਾ ਹੈ ਕਿ ਜਲ ਲੈ ਕੇ ਖੜੀ ਹੈ, ਪਰ ਰਾਜਾ ਆਪਣੀ ਮੌਜ ਵਿੱਚ ਨਹੀਂ ਛਕ ਰਿਹਾ, ਤੇ ਪਟਰਾਣੀ ਨੂੰ ਇਹ ਨਹੀਂ ਹੈ ਕਿ ਹੁਣੇ ਜਲ ਛਕੇ, ਮੈਂ ਕਦੋਂ ਦੀ ਲੈ ਕੇ ਖਲੋਤੀ ਹਾਂ। ਨਹੀਂ, ਉਹ ਲੈ ਕੇ ਖੜੀ ਰਹਿੰਦੀ ਹੈ ਕਿ ਜਦੋਂ ਰਾਜਾ ਮੰਗੇਗਾ ਉਦੋਂ ਹਾਜ਼ਰ ਕਰਾਂਗੀ। ਇਹ ਸਾਧ ਸੰਗਤ ਜੀ ਸਾਧੂ ਮਹਾਂਪੁਰਖਾਂ ਦੀ ਇਹੋ ਜੀ ਸਮੈਦ ਬਿਰਤੀ ਹੁੰਦੀ ਹੈ। ਸਾਵਧਾਨ ਚਿੱਤ ਰਹਿੰਦੇ ਹੈ, ਵਾਹਿਗੁਰੂ ਦੇ ਸਨਮੁਖ ਰਹਿੰਦੇ, ਸਦਾ ਸੀਸ ਝੁਕਾ ਕਰਕੇ। ਪਰਮੇਸ਼ਰ ਰਾਜਾ ਹੈ ਨਾ, ਫਿਰ ਜਦੋਂ ਵੇਖੇ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਵਾਰੀ ਵੇਖ ਲੈਣ ਨਾ, ਤਾਂ ਫਿਰ ਸਾਧ ਸੰਗਤ ਜੀ ਸੁਖ ਕੀਮਾ ਹੂੰ ਬਾਹਰੇ, ਕੀਮਤ ਤੋਂ ਬਾਹਰੇ ਹੀ ਸੁਖ ਪ੍ਰਾਪਤ ਹੁੰਦੇ ਆ। ਜੇ ਮਹਾਰਾਜ ਸਾਹਿਬ ਜੀ ਇੱਕ ਵਾਰੀ ਬੁਲਾ ਹੀ ਲੈਣ ਤਾਂ ਭਈ ਤੂੰ ਜਲ ਲੈ ਕੇ ਖਲੋਤਾ ਹੈ, ਸੱਚੇ ਪਾਤਸ਼ਾਹ ਜੀ ਮਹਾਰਾਜ ਇੱਕ ਵਾਰੀ ਤੱਕ ਹੀ ਲੈਣ ਆਪਣੀ ਉਸ ਨਿਗਾਹ ਦੇ ਨਾਲ ਤੇ ਨਿਹਾਲ ਹੋ ਜਾਂਦੇ ਆ ਸੇਵਕ। ਇਹੋ ਜੀ ਉਹਨਾਂ ਦੀ ਬਿਰਤੀ ਇਕਾਗਰਤਾ ਸਹਿਤ ਸਾਧ ਸੰਗਤ ਜੀ ਸਨਮੁਖ ਹੋਈ ਰਹਿੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਾਹਮਣੇ ਖੜੇ ਸਦਾ ਹੀ ਸਨਮੁਖ ਰਹਿੰਦੇ ਆ, ਪਰਮੇਸ਼ਰ ਦੇ ਵਿੱਚ ਇਕਾਗਰ ਚਿੱਤ ਰੱਖਦੇ ਆ। ਰਤਨ ਜਵੇਹਰ ਲਾਲ ਹਰ, ਜਿਹੜਾ ਵਾਹਿਗੁਰੂ ਦਾ ਨਾਮ ਹੈ ਨਾ, ਉਹਨਾਂ ਨੇ ਜਿਵੇਂ ਪਟਰਾਣੀ ਨੇ ਸ਼ਿੰਗਾਰ ਕੀਤਾ ਹੁੰਦਾ ਹੈ, ਸਾਧ ਸੰਗਤ ਜੀ ਉਹਨਾਂ ਨੇ ਸ਼ਿੰਗਾਰ ਕਿਹੜਾ ਕੀਤਾ ਹੈ? ਵਾਹਿਗੁਰੂ ਦੇ ਨਾਮ ਦਾ ਹੀ ਰਤਨ ਪਹਿਰਿਆ, ਵਾਹਿਗੁਰੂ ਦੇ ਨਾਮ ਦਾ ਹੀ ਜਵਾਹਰ ਧਾਰਨ ਕੀਤਾ, ਵਾਹਿਗੁਰੂ ਦੇ ਨਾਮ ਦਾ ਹੀ ਬੇਸ਼ਕੀਮਤਾ ਲਾਲ ਧਾਰਨ ਕੀਤਾ ਹੋਇਆ ਉਹਨਾਂ ਨੇ। ਰਤਨ ਉਹਨੂੰ ਕਹਿੰਦੇ ਆ ਜਿਹਨੂੰ ਲੈ ਕਰਕੇ ਹੋਰ ਕੋਈ ਰਤ ਪ੍ਰੀਤੀ ਨਾ ਰਹੇ। ਇਹ ਸਾਧ ਸੰਗਤ ਜੀ ਨਾਮ ਰੱਖੇ ਹੋਏ ਹੀਰਿਆਂ ਦੀ ਅੱਗੇ ਜਵਾਹਰ ਹਨ, ਪੰਨੇ ਹਨ, ਲਾਲ ਹਨ, ਉਹਨਾਂ ਦੀਆਂ ਨਸਲਾਂ ਹਨ। ਤੇ ਇਹਨਾਂ ਦੇ ਨਾਮ ਕਿਉਂ ਧਰੇ ਹੋਏ ਆ? ਕਹਿੰਦੇ ਰਤਨ ਉਹਨੂੰ ਕਹਿੰਦੇ ਆ ਜਿਹਨੂੰ ਵੇਖ ਕੇ ਹੋਰ ਕੋਈ ਵੇਖਣ ਦੀ ਰਤ ਪ੍ਰੀਤੀ ਨਾ ਰਹੇ। ਤੇ ਜਵਾਹਰ ਉਹਨੂੰ ਕਹਿੰਦੇ ਆ ਜਿਹਦਾ ਜਬ ਜਲਵਾ ਵੇਖ ਕਰਕੇ ਮਨ ਹਰਿਆ ਜਾਵੇ, ਮਨ ਚੁਰਾਇਆ ਹੀ ਜਾਵੇ। ਜਿਵੇਂ ਉਹ ਕੋਹ ਨੂਰ ਹੀਰਾ, ਤੇ ਅੱਜ ਵੀ ਵੇਖਦੇ ਉੱਥੇ ਉਹ ਲੰਡਨ ਟਾਵਰ ਵਿੱਚ ਉਹਨਾਂ ਰੱਖਿਆ ਹੋਇਆ, ਖਲੋਣ ਨਹੀਂ ਦਿੰਦੇ ਇੱਕ ਸਕਿੰਟ ਵੀ ਉੱਥੇ ਅੱਗੇ, ਤੇ ਪਿੱਛੇ ਲੋਕ ਬਹੁਤ ਹੁੰਦੇ ਵੇਖਣ ਵਾਲੇ। ਫਿਰ ਸਾਧ ਸੰਗਤ ਜੀ ਇਸ ਪ੍ਰਕਾਰ ਲਾਲ ਮੰਨੇ ਆ ਬੇਸ਼ਕੀਮਤੇ। ਇਉਂ ਸੱਚੇ ਪਾਤਸ਼ਾਹ ਜੀ ਮਹਾਰਾਜ ਦੱਸਦੇ ਆ ਕਿ ਭਾਈ ਉਹ ਕਿਹੜੇ ਰਤਨ ਲਵਾਲ ਜਵਾਹਰ ਹਨ। ਫਿਰ ਪੜ੍ਹਦੇ ਹੋ ਰਤਨ ਜਵਾਹਰ ਲਾਲ ਹਰ। ਸਤਿਗੁਰੂ ਜੀ ਕਹਿੰਦੇ ਭਾਈ ਜਿਨ੍ਹਾਂ ਨੇ ਹਰੀ ਨਾਮ ਨੂੰ ਧਾਰਨ ਕੀਤਾ ਨਾ, ਉਹਨਾਂ ਨੂੰ ਬੈਰਾਗ ਰੂਪੀ ਰਤਨ ਪ੍ਰਾਪਤ ਹੋਇਆ ਹੈ। ਬੈਰਾਗ ਇਹੋ ਜਿਹਾ ਰਤਨ ਹੈ ਜਦੋਂ ਪ੍ਰਾਪਤ ਹੋ ਜਾਂਦਾ ਹੈ ਨਾ, ਹੋਰ ਕਿਸੇ ਪਦਾਰਥ ਦੀ ਰਤ ਪ੍ਰੀਤੀ ਨਹੀਂ ਰਹਿੰਦੀ, ਭਾਵੇਂ ਬ੍ਰਹਮਾ ਪਦਵੀ ਦੇ ਦਿਓ, ਕਹਿੰਦੇ ਕੀ ਕਰਨੀ ਹੈ, ਪ੍ਰੀਤੀ ਨਹੀਂ ਹੋਰ ਰਹਿੰਦੀ। ਇਹੋ ਜਿਹਾ ਨਾਮ ਦਾ ਸੁਖ ਹੈ ਉਹਨਾਂ ਨੂੰ। ਬੈਰਾਗ ਇਹੋ ਜਿਹਾ ਰਤਨ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ। ਫਿਰ ਸਾਧ ਸੰਗਤ ਜੀ ਜਿਹੜਾ ਹੈ ਗਿਆਨ ਰੂਪੀ ਜਵਾਹਰ ਪ੍ਰਾਪਤ ਹੋਇਆ ਹੈ। ਜਬ ਚਾਲ ਨੂੰ ਵੀ ਕਹਿੰਦੇ ਆ। ਜਿਹੜਾ ਸਾਧ ਸੰਗਤ ਜੀ ਇਹੋ ਜੀ ਗਿਆਨ ਦੀ ਉਹਨਾਂ ਦੀ ਚਾਲ ਹੁੰਦੀ ਹੈ, ਗੁਰਮੁਖਾਂ ਦੀ ਨਿਰਾਲੀ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਗਿਆਨ ਦੇ ਵਿੱਚ ਉਹਨਾਂ ਦੇ ਚਿੱਤ ਦੀ ਬਿਰਤੀ ਹਰੀ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਤੇ ਇਹੋ ਜਿਹਾ ਚਿੱਤ ਇਕਾਗਰ ਹੁੰਦਾ ਹੈ, ਗਿਆਨ ਅਰੂੜ ਬਿਰਤੀ ਰਹਿੰਦੀ ਹੈ। ਬਾਕੀ ਸਭ ਕੁਝ ਹੀ ਸੰਕਲਪ ਵਿਕਲਪ ਭਸਮ ਹੋ ਜਾਂਦੇ। ਜਿਵੇਂ ਅੱਗ ਵਿੱਚ ਸਭ ਕੁਝ ਸੜ ਜਾਂਦਾ ਹੈ ਨਾ, ਇਵੇਂ ਹੋਰ ਸਭ ਕੁਝ ਹੀ ਭਸਮ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਭਾਈ ਉਹਨਾਂ ਕੋਲ ਗਿਆਨ ਰੂਪੀ ਜਿਹੜਾ ਨਾ ਉਹ ਜਵਾਹਰ ਹੈ। ਤੇ ਸਾਧ ਸੰਗਤ ਜੀ ਲਾਲ ਜਿਹੜਾ ਹੈ ਨਾ ਪ੍ਰੇਮ ਰੂਪੀ ਲਾਲ ਹੈ ਉਹਨਾਂ ਦੇ ਕੋਲ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਇਹ ਸੋਹਣੇ ਗਹਿਣਿਆਂ ਦਾ ਉਹਨਾਂ ਨੇ ਸ਼ਿੰਗਾਰ ਕੀਤਾ ਏ। ਕੰਠ ਤੇ ਨਾ ਜੜਿਆ, ਉਹਨਾਂ ਨੇ ਆਪਣੇ ਹਿਰਦੇ ਰੂਪੀ ਕੰਠ ਦੇ ਅੰਦਰ ਹੀ ਜੜ ਲਿਆ ਹੈ ਬੈਰਾਗ ਰੂਪੀ ਰਤਨ ਨੂੰ।
ਗਿਆਨ ਰੂਪੀ ਜਵਾਹਰ ਨੂੰ, ਪ੍ਰੇਮ ਰੂਪੀ ਲਾਲ ਨੂੰ ਆਪਣੇ ਹਿਰਦੇ ਰੂਪੀ ਸਾਧ ਸੰਗਤ ਜੀ ਕੰਠ ਦੇ ਅੰਦਰ ਜੜ ਲਿਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੂੰ, ਮਹਾਰਾਜ ਸੱਚੇ ਪਾਤਸ਼ਾਹ ਕਿ ਸਾਨੂੰ ਇਹ ਨਾਮ ਦੀ ਕਿਰਪਾ ਕਰਕੇ ਵਡਮੁੱਲੀ ਦਾਤ ਬਖਸ਼ੋ। ਮਹਾਰਾਜ ਅਸੀਂ ਹਿਰਦੇ 'ਚ ਹੀ ਪਰੋ ਲਾਂਗੇ। ਗਰੀਬ ਨਿਵਾਜ ਸੱਚੇ ਪਾਤਸ਼ਾਹ ਉਹਨਾਂ ਨੇ ਸਾਧ ਸੰਗਤ ਜੀ ਇਹ ਜਿਹੜਾ ਹੈ ਨਾ ਮਨ, ਇਹਦੇ ਜਿਵੇਂ ਹੀਰੇ 'ਚ ਹੀਰਾ ਹੀ ਛੇਕ ਪਾਉਂਦਾ ਹੈ ਨਾ, ਮਨ ਦੇ ਅੰਦਰ ਸਾਧ ਸੰਗਤ ਜੀ ਉਹਨਾਂ ਨੇ ਸ਼ਬਦ ਦੀ ਕਮਾਈ ਦੇ ਨਾਲ ਬਰਾਗ ਦਾ ਛੇਕ ਪਾਇਆ ਹੈ। ਤੇ ਜਦੋਂ ਬਰਾਗ ਦਾ ਛੇਕ ਪਾਤਾ ਮਨ ਵਿੰਨਿਆ ਗਿਆ ਤੇ ਇਹ ਫਿਰ ਸੋਹਣੇ ਹਾਰ ਸ਼ਿੰਗਾਰ ਉਹਨਾਂ ਨੇ ਧਾਰਨ ਕਰ ਲਏ। ਬਰਾਗ ਵੀ ਉੱਥੇ ਸਥਿਤ ਹੋ ਜਾਂਦਾ ਹੈ, ਗਿਆਨ ਵੀ ਉੱਥੇ ਟਿਕ ਜਾਂਦਾ ਹੈ ਤੇ ਵਾਹਿਗੁਰੂ ਦਾ ਪਿਆਰ ਵੀ ਸਾਧ ਸੰਗਤ ਜੀ ਉਹਦੇ ਨਾਲ ਜਿਹੜਾ ਹੈ ਜੀਵ ਦਾ ਮਨ ਸ਼ਿੰਗਾਰਿਆ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹਨਾਂ ਨੇ ਅੰਤਰੀਵ ਰੱਬ ਦੇ ਪਿਆਰਿਆਂ ਨੇ ਆਪਣੇ ਕੰਠੀਏ ਸੁਭ ਗੁਣਾਂ ਦੇ ਗਹਿਣੇ ਪਹਿਰੇ ਹਨ। ਨਾਨਕ ਬਾਂਛਾ ਧੂੜ ਤਿਨ। ਹਜੂਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਐਸੇ ਸਤਪੁਰਸ਼ਾਂ ਦੀ ਭਾਈ ਅਸੀਂ ਚਰਨਾਂ ਦੀ ਧੂੜ ਬਾਂਛਦੇ ਆ, ਚਾਹੁੰਦੇ ਆ। ਸਤਿਗੁਰੂ ਜੀ ਕਹਿੰਦੇ ਭਾਈ ਗੁਰਸਿੱਖੋ ਇਸ ਤਰ੍ਹਾਂ ਦੇ ਸਤਪੁਰਸ਼ਾਂ ਦੀ ਕਮਾਈ ਵਾਲੇ ਨਾਮ ਰਸੀਆਂ ਦੀ ਚਰਨਾਂ ਦੀ ਧੂੜ ਤੁਸੀਂ ਵੀ ਮੰਗਣਾ ਕਰੋ। ਪ੍ਰਭ ਸ਼ਰਣੇ ਦਰ ਪੜਿਆ। ਜਿਹੜੇ ਸਾਰੇ ਦਰਾਂ ਨੂੰ ਛੱਡ ਕਰਕੇ ਪਰਮੇਸ਼ਰ ਦੇ ਹੀ ਵਾਹਿਗੁਰੂ ਦੇ ਦਰ ਦੀ ਸ਼ਰਨ ਪੈ ਗਏ। ਮਹਾਰਾਜ ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਸਭ ਦਰਾਂ ਨੂੰ ਛੱਡ ਕਰਕੇ ਪਰਮੇਸ਼ਰ ਦੇ ਦਰ ਦੀ ਸ਼ਰਨ ਵਿੱਚ ਪੈ ਗਏ ਆ। ਮੰਗਰ ਪ੍ਰਭ ਆਰਾਧਨਾ। ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਮਹੀਨੇ ਦੀ ਸਮਾਪਤੀ ਕਰਦੇ ਹੋਏ ਹਜੂਰ ਫਰਮਾਉਂਦੇ ਆ ਕਿ ਜਿਨ੍ਹਾਂ ਨੇ ਭਾਈ ਮੱਘਰ ਦੇ ਮਹੀਨੇ ਵਿੱਚ ਪ੍ਰਭੂ ਨੂੰ ਆਰਾਧਨਾ ਕੀਤਾ ਹੈ, ਮੰਗ ਘਿਰ ਆਪਣੇ ਇਸ ਹਿਰਦੇ ਰੂਪੀ ਘਿਰ ਘਰ ਦੇ ਅੰਦਰ, ਅੰਤਸ਼ਕਰਨ ਰੂਪੀ ਘਰ ਦੇ ਅੰਦਰ, ਇਸ ਸਰੀਰ ਰੂਪੀ ਘਰ ਦੇ ਅੰਦਰ ਜਿਨ੍ਹਾਂ ਨੇ ਪ੍ਰਭੂ ਨੂੰ ਆਰਾਧਨਾ ਕੀਤਾ ਏ। ਬਹੁੜ ਨਾ ਜਨਮ ਬੜਿਆ। ਮਹਾਰਾਜ ਕਹਿੰਦੇ ਬਹੁੜ ਨਾ ਜਨਮ ਬੜਿਆ, ਉਹਨਾਂ ਨੂੰ ਬਹੁਰੋ ਜਨਮ ਨਹੀਂ ਸਾਧ ਸੰਗਤ ਜੀ ਧਾਰਨ ਕਰਨਾ ਪੈਂਦਾ। ਬਹੁਰ ਨਾ ਜਨਮ ਮੜੀਆ, ਉਹਨਾਂ ਨੂੰ ਮੜੀਆਂ 'ਚ ਵੀ ਨਹੀਂ ਜਾਣਾ ਪੈਂਦਾ। ਜਦੋਂ ਜਨਮ ਹੀ ਨਹੀਂ ਹੋਇਆ ਤੇ ਫਿਰ ਮਰ ਕੇ ਮੜੀਆਂ 'ਚ ਕੀ ਜਾਣਾ? ਮੜੀਆਂ ਤੇ ਜਾਣ ਤੋਂ ਕਈਆਂ ਨੂੰ ਡਰ ਲੱਗਦਾ ਨਾ, ਤਾਂ ਮਹਾਰਾਜ ਕਹਿੰਦੇ ਭਾਈ ਇਹ ਡਰ ਸ਼ਬਦ ਹੀ ਖਤਮ ਕਰ ਸਕਦਾ ਹੈ। ਪ੍ਰਭੂ ਨੂੰ ਆਰਾਧਨਾ, ਇਹ ਸਰੀਰ ਜਿਹੜਾ ਮਿਲਿਆ ਹੋਇਆ ਹੈ ਇਹ ਪ੍ਰਭੂ ਦੇ ਮਿਲਣ ਕਰਕੇ ਹੀ ਸਫਲ ਹੈ, ਪ੍ਰਭੂ ਦੇ ਨਾਮ ਜਪਣੇ ਕਰਕੇ ਹੀ ਸਫਲ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਆਰਾਧਨਾ ਕੀਤਾ ਮੇਰੇ ਵਾਹਿਗੁਰੂ ਨੂੰ, ਗਰੀਬ ਨਵਾਜ ਕਹਿੰਦੇ ਉਹਨਾਂ ਨੂੰ ਬਹੁਰੋਂ ਭਾਈ ਫਿਰ ਜਨਮ ਨਹੀਂ ਧਾਰਨਾ ਪੈਂਦਾ, ਉਹ ਮੁਕਤ ਹੋ ਜਾਂਦੇ ਐ। ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਦੇ ਸਰੂਪ ਵਿੱਚ ਅਭੇਦ ਹੋ ਜਾਂਦੇ ਐ। ਜਿਵੇਂ ਬੂੰਦ ਸਾਗਰ ਵਿੱਚ ਮਿਲ ਕਰਕੇ ਬੂੰਦ ਨਹੀਂ ਰਹਿੰਦੀ, ਸਾਗਰ ਦਾ ਹੀ ਰੂਪ ਬਣ ਜਾਂਦੀ ਹੈ। ਇਹ ਸੱਚੇ ਪਾਤਸ਼ਾਹ ਜੀ ਨੇ ਪਾਵਨ ਉਪਦੇਸ਼ ਬਖਸ਼ਿਆ। ਮਹਾਰਾਜ ਜੀ ਰਹਿਮਤ ਕਰਨ ਹਿਰਦੇ 'ਚ ਵਸੇ, ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਨਾਨਕ ਬਾਂਛਾ ਤੋੜ ਤਿਨ, ਪ੍ਰਭ ਸ਼ਰਣੇ ਦਰ ਪੜਿਆ। ਮੰਗਰ ਪ੍ਰਭ ਆਰਾਧਨਾ, ਬਹੁੜ ਨਾ ਜਨਮੜਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।